ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰੜਾ ਦ੍ਰਿੜ ਉਪਾਸਨਾ ਜਬ ਪਾਏ, ਹੋਏ ਆਵਤ ਤਬ ਗਿਆਨ। ਤਾਂਤੇ ਤਪਿ ਸ਼ਾਂਤ ਕੇ, ਲਾਭ ਬਹੁਤ ਪਹਿਚਾਨ। ਦ੍ਰਿੜ ਉਪਾਸਨਾ ਜਬ ਪਾਏ, ਹੋਏ ਆਵਤ ਤਬ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਕਾ ਖਾਲਸਾ, ਸਾਧ ਸੰਗਤ ਮਾਈ ਭਾਈ ਜੀ। ਧੰਨ ਹਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਵਿੱਚ ਪਦ ਢੱਕਣ ਹਾਰੇ, ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਪਿਆਰਿਆਂ ਨੂੰ ਅਮਰ ਕਰ ਦੇਣ ਵਾਲੇ ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਆਪਣੇ ਪਿਆਰਿਆਂ ਦੇ ਖਾਲਸੇ ਦੀ ਖੁਸ਼ੀ ਵਾਸਤੇ ਸਾਰੇ ਪਰਿਵਾਰ ਨੂੰ ਵਾਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਦੁੱਖ ਆਪਣੇ ਝੋਲੀ ਵਿੱਚ ਪਾ ਕੇ ਆਪਣੇ ਖਾਲਸੇ ਨੂੰ ਸਾਰੀਆਂ ਖੁਸ਼ੀਆਂ ਬਖਸ਼ਣ ਵਾਲੇ ਗਰੀਬ ਨਵਾਜ ਐਸੇ ਪਰਉਪਕਾਰ ਸਤਿਗੁਰੂ ਜੀ, ਜਿਨ੍ਹਾਂ ਦੇ ਪਰਉਪਕਾਰਾਂ ਦਾ ਅੰਤ ਹੀ ਨਹੀਂ ਆਉਂਦਾ, ਬੇਅੰਤ ਤੋਂ ਬੇਅੰਤ ਹੈ। ਇਹ ਜੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹੈ ਆਪਣੇ ਚਰਨਾਂ ਵਿੱਚ ਬੈਠਣ ਦੀ, ਦਰਸ਼ਨ ਕਰਨ ਦੀ, ਹਾਜ਼ਰੀ ਭਰਨ ਦੀ, ਇਹ ਵੀ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਵੱਡਾ ਭਾਰੀ ਪਰਉਪਕਾਰ ਹੈ। ਜਿਨ੍ਹਾਂ ਗੁਰਸਿੱਖਾਂ ਮਾਈ ਭਾਈ ਉੱਪਰ ਸਤਿਗੁਰੂ ਜੀ ਇਹ ਦਇਆ ਕਰਦੇ ਹੈ, ਰਹਿਮ ਕਰਦੇ ਆਪਣੇ ਜਾਣ ਕੇ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬੈਠਣ ਦੀ ਥਾਂ ਦਿੰਦੇ ਹੈ। ਗੁਰੂ ਕੇ ਚਰਨਾਂ ਵਿੱਚ ਜਿਸ ਨੂੰ ਥਾਂ ਮਿਲ ਜਾਂਦੀ, ਉਹਦਾ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ। ਇਸ ਲੋਕ ਵਿੱਚ ਵੀ ਕੋਈ ਬੰਧਨ ਨਹੀਂ ਰਹਿ ਜਾਂਦਾ, ਮਰਨ ਕਾਲ ਦਾ ਭੈ ਨਹੀਂ ਰਹਿ ਜਾਂਦਾ, ਔਰ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਮਹਾਂ ਮੁਕਤੀ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹਨ। ਸੋ ਆਪ ਸਾਰੀਆਂ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ, ਜੋ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਚਰਨ ਪਰਸ ਰਹੇ ਹੋ, ਸੋਹਣੇ ਦਰਸ਼ਨ ਕਰ ਰਹੇ ਹੋ। ਨਿਤਨੇਮ ਦੇ ਅਨੁਸਾਰ ਸਤਿਗੁਰਾਂ ਦੇ ਦਰ ਘਰ ਦੇ ਸਾਜੇ ਨਵਾਜੇ ਸਿੰਘ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਗਾਂ ਦੇ ਭੋਗ ਲਵਾਏ ਹਨ। ਉਪਰੰਤ ਜੋ ਪਿਛਲੇ ਪਹਿਰ ਦੇ ਦੀਵਾਨ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਕਰਤੇ ਨੇ ਮਾਤ ਲੋਕ ਤੇ ਕਲ ਜੁਗੀ ਜੀਵਾਂ ਨੂੰ ਤਾਰਨ ਵਾਸਤੇ ਮਨੁੱਖਾ ਜਾਮਾ ਧਾਰਨ ਕੀਤਾ ਹੋਇਆ ਹੈ। ਐਸੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਵਿਚਾਰ ਇਤਿਹਾਸ ਦੀ ਚੱਲ ਰਹੀ ਹੈ। ਆਪ ਸਰਵਣ ਕਰ ਰਹੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਕਿਨਾਰੇ 'ਤੇ ਸੋਹਣਾ ਨਗਰ ਵਸਾ ਕੇ ਗਰੀਬ ਨਵਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ, ਉਪਦੇਸ਼ ਦੇ ਰਹੇ ਹੈ। ਬੇਅੰਤ ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਆਉਂਦੀਆਂ ਹੈ, ਉਪਦੇਸ਼ ਗ੍ਰਹਿਣ ਕਰਦੀਆਂ ਹਨ, ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਤਿੰਨ ਗੁਰੂ ਕੇ ਸਿੱਖ, ਭਾਈ ਪਿਰਥੀ ਮੱਲ, ਭਾਈ ਸ਼ਹਿਗਲ ਤੇ ਭਾਈ ਉਭੈ ਰਾਮ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਏ ਹੈ ਅਤੇ ਆਣ ਕੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਤੋਂ ਉਪਦੇਸ਼ ਗ੍ਰਹਿਣ ਕੀਤਾ ਹੈ। ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਸੀਗੀ, ਭਾਈ ਤਿੰਨ ਤਰ੍ਹਾਂ ਦੀ ਤਪੱਸਿਆ, ਰਜੋ ਤਮੋ ਤੇ ਸਤੋ,
ਜਿਹੜੀ ਤਮੋ ਗੁਣੀ ਹੈ ਉਹ ਹੈ ਦੇਹੀ ਨੂੰ ਕਸ਼ਟ ਦੇਣਾ, ਜਲ ਧਾਰੇ ਕਰਨੇ, ਧੂਣੇ ਤਾਉਣੇ, ਕਦੀ ਸਰੀਰ ਨੂੰ ਕਸ਼ਟ ਇਸ ਤਰ੍ਹਾਂ ਦਾ ਦੇਣਾ, ਇੱਕ ਲੱਤ 'ਤੇ ਖਲੋਤੇ ਰਹਿਣਾ ਕਈ ਸਾਲ, ਕਈ ਵਾਰ ਇੱਕ ਬਾਂਹ ਉੱਪਰ ਨੂੰ ਕਰ ਲੈਣੀ, ਉਹ ਖਲੋਤੀ ਉੱਥੇ ਹੀ ਸੁੱਕ ਜਾਂਦੀ, ਆਕੜ ਜਾਂਦੀ। ਕਦੀ ਦੋਵੇਂ ਬਾਹਾਂ ਉੱਪਰ ਨੂੰ ਕਰਕੇ ਖੜੇ ਰਹਿਣਾ, ਭਾਵ ਇਸ ਤਰ੍ਹਾਂ ਦਾ ਦੇਹੀ ਨੂੰ ਕਸ਼ਟ ਦੇਣ ਵਾਲੀ ਜੋ ਤਪੱਸਿਆ ਹੈ ਉਹਨੂੰ ਤਮੋ ਗੁਣੀ ਕਹਿੰਦੇ ਹੈ। ਫਿਰ ਰਜੋ ਤੇ ਸਤੋ ਦਾ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਸੀਗਾ, ਸਭ ਤੋਂ ਸ੍ਰੇਸ਼ਟ ਸਤੋ ਗੁਣ ਸਿਮਰਨ ਕਰਨਾ, ਭਜਨ ਕਰਨਾ, ਸੇਵਾ ਕਰਨੀ, ਗੁਰੂ ਕੀ ਸੰਗਤ ਵਿੱਚ ਆਉਣਾ ਤੇ ਸੰਗਤ ਵਿੱਚ ਆ ਕੇ ਟਹਿਲ ਕਰਨੀ, ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸੁਰਤੀ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ ਇਤਿਆਦਿਕ। ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਇਹਨਾਂ ਤਿੰਨਾਂ ਗੁਰਸਿੱਖਾਂ ਨੂੰ ਦ੍ਰਿੜ ਕਰਵਾਇਆ ਸੀਗਾ। ਇੱਥੋਂ ਹੀ ਅੱਗੇ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਜੀਵਾਂ ਦੀ ਕਲਿਆਣ ਕਰ ਰਹੇ ਹੈ, ਜੀਵਾਂ ਦਾ ਭਲਾ ਕਰ ਰਹੇ ਹੈ, ਸਰਦਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਦ੍ਰਿੜ ਉਪਾਸਨਾ ਜਬ ਪਾਏ, ਹੋਏ ਆਵਤ ਤਬ ਗਿਆਨ। ਜੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਹੈ, ਭਾਈ ਜਦ ਦ੍ਰਿੜ ਉਪਾਸਨਾ ਕਰਦੇ ਹੈ, ਕਰੜਿਆ ਹੋ ਕੇ ਮਨ ਨੂੰ ਮੋੜਦੇ ਹੈ। ਗਰੀਬ ਨਵਾਜ ਜੀ ਨੇ ਉਦਾਹਰਣ ਵੀ ਦਿੱਤੀ ਸੀ, ਜਿਸ ਤਰ੍ਹਾਂ ਘੋੜਾ ਹੁੰਦਾ ਹੈਗਾ ਤੇ ਉਹਨੂੰ ਉਹਦਾ ਮਾਲਕ ਜਾਂ ਉਹਨੂੰ ਸੇਵਾ ਸੰਭਾਲ ਕਰਨ ਵਾਲਾ ਮਸਾਲਾ ਚੜਾਉਂਦਾ ਹੈ ਘੋੜੇ ਨੂੰ ਕਿ ਇਹਨੂੰ ਕੋਈ ਬਿਮਾਰੀ ਨਾ ਲੱਗੇ, ਇਹਦੀ ਪਾਚਨ ਸ਼ਕਤੀ ਵਧੀ ਰਹੇ, ਤਾਕਤ ਵਧੀ ਰਹੇ। ਪਰ ਉਹ ਘੋੜਾ ਜਿਹੜਾ ਹੈ ਮਸਾਲਾ ਖਾਂਦਾ ਨਹੀਂ ਹੈ ਤੇ ਖਵਾਉਣ ਵਾਲਾ ਜਿਹੜਾ ਹੈ ਉਹ ਵੀ ਜਿੱਦ ਫੜ ਕੇ ਰੱਖਦਾ ਹੈ, ਉਹਨੂੰ ਖਵਾ ਕੇ ਹਟਦਾ ਹੈ। ਬੜੇ ਢੰਗ ਦੇ ਨਾਲ ਕਜਈ ਚੜ੍ਹਾ ਦੇਣੀ, ਮੂੰਹ ਨੂੰ ਕੰਡਿਆਲਾ ਚੜ੍ਹਾ ਦੇਣਾ, ਮੂੰਹ ਉੱਪਰ ਨੂੰ ਕਰਕੇ ਬੰਨ੍ਹ ਦੇਣਾ, ਮੂੰਹ 'ਚ ਮਸਾਲਾ ਸੁੱਟ ਦੇਣਾ ਤੇ ਕਈ ਵਾਰ ਜ਼ਬਾਨ ਘੋੜੇ ਦੀ ਫੜ ਕੇ ਹੱਥ ਵਿੱਚ ਬਾਹਰ ਕੱਢ ਲੈਣੀ, ਉਂਗਲੀਆਂ ਨਾਲ ਅੰਦਰ ਨੂੰ ਧੱਕਣਾ, ਅੰਤ ਨੂੰ ਉਹਨੂੰ ਉਹ ਮਸਾਲਾ ਖਾਣਾ ਹੀ ਪੈਂਦਾ ਹੈ। ਉਹ ਘੋੜੇ ਦੇ ਰੋਗ ਜਿਹੜੇ ਹੈ ਉਹ ਖਤਮ ਹੋ ਜਾਂਦੇ ਹੈ, ਪਾਚਨ ਸ਼ਕਤੀ ਵੱਧ ਜਾਂਦੀ ਹੈ, ਤਾਕਤ ਵੱਧ ਜਾਂਦੀ ਹੈ। ਇਸੇ ਤਰ੍ਹਾਂ ਮਨ ਜਿਹੜਾ ਹੈ ਘੋੜੇ ਦੇ ਮਸਾਲੇ ਖਾਣ ਵਾਂਗੂ ਸ਼ਬਦ ਨੂੰ ਗ੍ਰਹਿਣ ਨਹੀਂ ਕਰਦਾ, ਹੋਰਨਾਂ ਵਸਤੂਆਂ ਪਿੱਛੇ ਤੇ ਭੱਜਾ ਫਿਰਦਾ ਹੈ। ਪਰ ਜਿਹਦੇ ਨਾਲ ਤੰਦਰੁਸਤੀ ਹੋਣੀ ਹੈ, ਲੋਕ ਤੇ ਪਰਲੋਕ ਦੇ ਵਿੱਚ ਭਲਾ ਹੋਣਾ ਹੈ, ਉਹ ਨਾਮ ਰੂਪੀ ਮਸਾਲਾ ਨਹੀਂ ਇਹ ਲੈਂਦਾ। ਤੇ ਮਹਾਰਾਜ ਕਹਿੰਦੇ ਨੇ ਸ਼ਬਦ ਦੇ ਨਾਲ, ਧੱਕੇ ਦੇ ਨਾਲ ਮਨ ਨੂੰ ਘੋੜੇ ਨੂੰ ਮਸਾਲਾ ਚੜਾਉਣ ਵਾਂਗੂ ਸ਼ਬਦ ਦੇ ਨਾਲ ਜੋੜਨਾ। ਜਦ ਇਸ ਤਰ੍ਹਾਂ ਇਸ ਮਨ ਦੇ ਨਾਲ ਧੱਕਾ ਕਰਕੇ ਇਹਨੂੰ ਸ਼ਬਦ ਦੇ ਨਾਲ ਜੋੜਿਆ ਜਾਵੇ, ਨਾਮ ਦਾ ਅਭਿਆਸੀ ਬਣਾਇਆ ਜਾਵੇ, ਤਾਂ ਸੱਚੇ ਪਾਤਸ਼ਾਹ ਕਹਿੰਦੇ ਇਸ ਦਾ ਭਲਾ ਹੁੰਦਾ। ਤਾਂ ਤੇ ਤਪ ਇਹ ਸ਼ਾਂਤ ਕੇ, ਲਾਭ ਬਹੁਤ ਪਹਿਚਾਨ। ਇਸ ਤਰ੍ਹਾਂ ਇਹਦਾ ਲਾਭ ਹੈ ਸ਼ਾਂਤ ਕੀ, ਸਹਿਜ ਅਵਸਥਾ ਦੇ ਵਿੱਚ ਰਹਿ ਕੇ। ਨਾਲ ਸੱਚੇ ਪਾਤਸ਼ਾਹ ਨੇ ਉਦਾਹਰਨਾਂ ਵੀ ਦਿੱਤੀਆਂ ਸੀ, ਜਿਵੇਂ ਕਿ ਲੱਕੜਹਾਰਾ ਲੱਕੜਾਂ ਜੰਗਲ ਵਿੱਚੋਂ ਕੱਟਦਾ ਹੈ, ਬਾਜ਼ਾਰ ਵਿੱਚ ਵੇਚ ਕੇ ਥੋੜ੍ਹੇ ਜਿਹੇ ਪੈਸਿਆਂ ਦੀਆਂ ਘਰ ਪਰਿਵਾਰ ਦਾ ਢਿੱਡ ਪਾਲਣ ਵਾਸਤੇ ਆਟਾ ਲੂਣ ਤੇਲ ਲੈ ਕੇ ਆਉਂਦਾ ਹੈ। ਮਿਹਨਤ ਉਹਨੂੰ ਬਹੁਤੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਹਠ ਯੋਗ ਕਸ਼ਟ ਸਰੀਰ ਨੂੰ ਦੇ ਕੇ ਤਪ ਕਰਨਾ, ਉਹਦਾ ਫਲ ਘੱਟ ਹੈ, ਨਾ ਬਰਾਬਰ ਹੈ। ਫਿਰ ਮਹਾਰਾਜ ਦੱਸਦੇ ਸੀਗੇ, ਜਿਹੜਾ ਦੁਕਾਨਦਾਰ ਦੁਕਾਨ ਕਰਦਾ ਹੈ, ਲੂਣ ਆਟਾ ਤੇਲ ਹਲਦੀ ਆਦਿਕ ਵੇਚਦਾ ਹੈ, ਉਹਨੂੰ ਆਰਾਮ ਨਾਲ ਦੁਕਾਨ ਵਿੱਚ ਬੈਠੇ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਉਸ ਤੋਂ ਬਾਅਦ ਪੈਸਿਆਂ ਦਾ ਲੈਣ ਦੇਣ, ਹਿਸਾਬ ਕਿਤਾਬ, ਉਸ ਤੋਂ ਬਾਅਦ ਫਿਰ ਹੀਰੇ ਜਵਾਹਰਾਤਾਂ ਦਾ ਵਪਾਰੀ, ਉਹਨੂੰ ਉਸ ਤੋਂ ਵੀ ਚੰਗੀ ਮਾਇਆ ਮਿਲਦੀ ਹੈ। ਇਸ ਤਰ੍ਹਾਂ ਜਿਹੜਾ ਸਹਿਜ ਅਵਸਥਾ ਵਿੱਚ ਰਹਿ ਕੇ
ਮਨ ਨੂੰ ਵਿਕਾਰਾਂ ਵੱਲੋਂ ਹੋੜ ਕੇ ਮੋੜ ਕੇ ਸਿਮਰਨ ਕਰਨਾ, ਭਜਨ ਕਰਨਾ, ਸੇਵਾ ਕਰਨੀ ਹੈ। ਜਿਵੇਂ ਹੀਰੇ ਜਵਾਹਰਾਤ ਦੇ ਵਪਾਰੀਆਂ ਨੂੰ ਖੇਚਲ ਘੱਟ ਕਰਨੀ ਪੈਂਦੀ ਹੈ ਅਤੇ ਮਾਇਆ ਜ਼ਿਆਦੀ ਪ੍ਰਾਪਤ ਹੁੰਦੀ ਹੈ, ਇਸੇ ਤਰ੍ਹਾਂ ਸਿਮਰਨ ਭਜਨ ਕਰਨ ਵਾਲੇ ਗੁਰਮੁਖ ਜਿਹੜੇ ਹਨ ਉਹਨਾਂ ਨੂੰ ਪਰਮੇਸ਼ਵਰ ਦੀਆਂ ਖੁਸ਼ੀਆਂ ਜ਼ਿਆਦੀਆਂ ਮਿਲਦੀਆਂ ਹਨ। ਛਾਉ ਪਏ ਇਸ ਬੇਦ ਸੁਨ ਮੰਗੋ ਗੁਰ ਬਚਨਾ। ਇਹ ਬਚਨ ਭਾਈ ਮੰਗੋ ਜੀ ਨੇ ਸੁਣੇ ਸੱਚੇ ਪਾਤਸ਼ਾਹ ਮਹਾਰਾਜ ਦੇ। ਬਾਣੀ ਪੜਨ ਕੇਨ ਮਨ ਖਚਨਾ। ਬਾਣੀ ਪੜਨ ਦੇ ਵਿੱਚ ਆਪਣੇ ਮਨ ਨੂੰ ਲਾ ਲਿਆ। ਸਨਮੁਖ ਮਾਲੋ ਸੁਨ ਹੈ ਤਬ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੈਠ ਕੇ ਸਨਮੁਖ ਹੋ ਕੇ ਅੰਮ੍ਰਿਤ ਗੁਰਾਂ ਦੇ ਬਾਚਨ ਅਥਵਾ ਬਾਣੀ ਨੂੰ ਸਰਵਣ ਕਰਦਾ ਹੈ। ਬੈਠ ਰਿਖੇਕ ਸੰਕੋਚੈ ਸਭ ਹੈ। ਤੇ ਇਹ ਇੰਦਰੀਆਂ ਨੂੰ ਰੋਕ ਕੇ, ਜੇ ਇੰਦਰੀ ਹੀ ਭੜਕਦੇ ਰਹੇ, ਅੱਖਾਂ ਚੰਚਲ ਹੋਈਆਂ ਕਿਸੇ ਪਾਸੇ ਨੂੰ ਤੱਕੀ ਗਈਆਂ, ਕੰਨਾਂ ਨੂੰ ਹੋਰ ਹੀ ਸਵਾਦ ਪਿਆ ਰਿਹਾ, ਇਸੀ ਪ੍ਰਕਾਰ ਸਾਰੇ ਇੰਦਰੀਆਂ ਨੂੰ ਰੋਕ ਕੇ ਇਹ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅੰਮ੍ਰਿਤ ਉਪਦੇਸ਼ ਨੂੰ ਗ੍ਰਹਿਣ ਕਰਦਾ ਹੈ। ਮਿਲ ਕੈ ਕੀਰਤਨ ਬਰ ਉਚਾਰਹਿ। ਅਤੇ ਮਿਲ ਕੇ ਕੀਰਤਨ ਦੀ ਸ਼ਹਿਬਰ ਲਾਉਂਦੇ ਹੈ। ਬਹੁਤ ਸੋਹਣੀ ਸੁੰਦਰ ਆਵਾਜ਼ ਹੈ ਗੁਰੂ ਕੇ ਸਿੱਖਾਂ ਦੀ। ਕੀਰਤਨ ਦੀ ਵੀ ਹਾਜ਼ਰੀ ਭਰਦੇ ਹਨ। ਕਰ ਏਕਾਗਰਤਾ ਮਨ ਧਰਹਿ। ਅਤੇ ਮਨ ਨੂੰ ਇਕਾਗਰ ਕਰਕੇ ਰੱਖਦੇ, ਮਨ ਨੂੰ ਭੜਕਣ ਤੋਂ ਰੋਕਣਾ, ਇੱਕ ਜਗ੍ਹਾ ਟਿਕਾਓ ਕੇ ਰੱਖਣਾ, ਇਹਨੂੰ ਕਹਿੰਦੇ ਇਕਾਗਰ ਮਨ। ਮਨ ਦਾ ਭੜਕਾਓ ਨਾ ਲਿਆਉਣਾ, ਮਨ ਚੰਚਲ ਇੱਧਰ ਉੱਧਰ ਨਾ ਭਜਾਈ ਫਿਰਨਾ। ਇਹ ਸਾਧ ਸੰਗਤ ਜੀ ਮੁੜਦਾ ਤਾਂ ਹੈ ਨਹੀਂ ਮਨ, ਪਰ ਜਿਵੇਂ ਗੁਰਾਂ ਨੇ ਕਿਹਾ ਸੀ ਘੋੜੇ ਨੂੰ ਧੱਕੇ ਨਾਲ ਮਸਾਲਾ ਚਾੜੀਦਾ, ਐਵੇਂ ਗੁਰ ਸ਼ਬਦ ਦੇ ਧੱਕੇ ਨਾਲ ਇਸ ਮਨ ਨੂੰ ਬੰਨ੍ਹ ਕੇ ਰੱਖੀਦਾ ਹੈ। ਇਹ ਮਨ ਵੱਧ ਜਾਂਦਾ ਹੈ। ਇਹ ਸਾਧ ਸੰਗਤ ਜੀ ਕਹਿੰਦੇ ਮਨ ਪਾਰੇ ਵਰਗਾ ਹੈ, ਪਰ ਜਿਹੜੇ ਪਾਰੇ ਨੂੰ ਸੋਧਦੇ ਨੇ ਉਹਦੀ ਦਵਾਈ ਬਣਾ ਲੈਂਦੇ ਆ, ਡਲੀ ਬਣਾ ਲੈਂਦੇ ਆ, ਉਹ ਪਾਰਾ ਬੜੇ ਕੰਮ ਆਉਂਦਾ ਹੈ। ਇਸੇ ਤਰ੍ਹਾਂ ਮਨ ਪਾਰੇ ਵਾਂਗੂ ਡੋਲਦਾ ਹੈ, ਪਰ ਜਦ ਵੈਦ ਲੋਕ ਪਾਰਾ ਸੋਧ ਲੈਂਦੇ ਆ ਤੇ ਅਨੇਕਾਂ ਦਵਾਈਆਂ ਦੇ ਉਹ ਕੰਮ ਆਉਂਦਾ ਹੈ। ਇਸੇ ਤਰ੍ਹਾਂ ਵੈਦ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਇਸ ਜੀਵ ਦੇ ਮਨ ਰੂਪੀ ਪਾਰੇ ਨੂੰ ਸੋਧ ਦਿੰਦੇ ਹਨ। ਤਿਨ ਕੇ ਰਸਨਾ ਸਾਧ ਵਿਸਾਲਾ। ਇਹ ਗੁਰਮੁਖ ਮਹਾਰਾਜ ਤੋਂ ਉਪਦੇਸ਼ ਲੈ ਕੇ ਕੀਰਤਨ ਕਰਨ ਲੱਗੇ ਭਾਈ ਮੰਗੋ ਹੋਣੀ, ਤੇ ਇਹਨਾਂ ਦੀ ਰਸਨਾ ਦੇ ਵਿੱਚ ਮਿਠਾਸ ਬੜੀ ਹੈ, ਕਿਉਂਕਿ ਸਾਧ ਸੰਗਤ ਜੀ ਹਿਰਦੇ ਵਿੱਚ ਪਿਆਰ ਹੋਵੇ, ਰਸਨਾ ਸ਼ੀਰੀ ਹੋਵੇ, ਮਿੱਠੀ ਹੋਵੇ, ਤਾਂ ਹੀ ਸੋਹਣਾ ਕੀਰਤਨ ਫੱਬਦਾ ਹੈ। ਤੇ ਇਹ ਗੁਰਮੁਖ ਜਨ ਕੀਰਤਨ ਬੜਾ ਸੋਹਣਾ ਕਰਦੇ ਹੈ, ਜ਼ਬਾਨ ਵਿੱਚ ਬੜਾ ਰਸ ਹੈ। ਸੋਨਤ ਪ੍ਰੇਮ ਜਾਗੈ ਤਤ ਕਾਲਾ। ਤੇ ਜਿਹੜੇ ਵੀ ਕੀਰਤਨ ਸੁਣਦੇ ਇਹਨਾਂ ਦੀ ਰਸਨਾ ਤੋਂ ਉਹ ਪ੍ਰੇਮ ਵਿੱਚ ਮਗਨ ਹੋ ਜਾਂਦੇ ਹੈ। ਦੋਹਰਾ ਜੋ ਸੇਖ ਤਿਨ ਤੇ ਸੋਨਤ ਤਿਆਗਹਿ ਬ੍ਰਹਮ ਬਿਕਾਰ। ਜਿਹੜੇ ਵੀ ਗੁਰੂ ਕੇ ਪਿਆਰੇ ਭਾਈ ਮੰਗੋ ਹੋਣਾ ਤੋਂ ਕੀਰਤਨ ਕਥਾ ਸੁਣਦੇ ਹੈ, ਉਹਨਾਂ ਦੇ ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ। ਧਰਮ ਕੀਰਤ ਕਰ ਵੰਡ ਕੈ ਅਚਵਹਿ ਬਹੁਰ ਆਹਾਰ। ਇਹਨਾਂ ਦੀ ਮਰਜ਼ਾਦਾ ਬਣੀ ਹੋਈ ਹੈ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ। ਚਉਪਏ ਸਿੱਖ ਸੰਤ ਜਾਏ ਜੋ ਤਿਨ ਕੇ ਡੇਰੇ। ਜਿਹੜਾ ਵੀ ਕੋਈ ਭਾਈ ਮੰਗੋ ਜੀ ਦੇ ਡੇਰੇ ਤੇ ਕੋਈ ਸਾਧੂ ਮਹਾਤਮਾ ਜਾਂਦਾ ਹੈ, ਸੇਵਾ ਕਰਹਿ ਭਾਉ ਕਨੇਰੇ। ਭਾਈ ਮੰਗੋ ਜੀ ਆਏ ਹੋਏ ਗੁਰਮੁਖ ਜਨਾਂ ਦੀ, ਸਾਧੂਆਂ ਦੀ ਬੜੇ ਭਾਵ ਪ੍ਰੇਮ ਦੇ ਨਾਲ ਸੇਵਾ ਕਰਦੇ ਹਨ। ਤਿਨ ਕੇ ਸਾਧਨ ਦੇਸ਼ ਜਿਸ ਮਾਹੇ। ਸੋ ਜਿਨ੍ਹਾਂ ਜਿਹੜੇ ਦੇਸ਼ ਦੇ ਵਿੱਚ ਭਾਈ ਮੰਗੋ ਜੀ ਦਾ ਘਰ ਹੈ, ਭਾਵ ਉਧਾਰ ਬਹੁ ਨਰਨ ਤਹਾਹੇ। ਉੱਥੇ ਲੋਕ ਬਹੁਤ ਸੰਗਤਾਂ ਭਾਈ ਮੰਗੋ ਦੇ ਘਰੇ ਆਉਣ ਲੱਗੀਆਂ। ਬੜੇ ਹੀ ਲੋਕਾਂ ਦਾ ਭਲਾ ਹੋਇਆ ਹੈ, ਨਾਮ ਸਿਮਰਨ ਨਾਲ ਜੋੜਿਆ ਭਾਈ ਮੰਗੋ ਜੀ ਨੇ ਸੰਗਤਾਂ ਨੂੰ। ਜਬ ਆਵਹਿ ਦਰਸ਼ਨ ਹੇਤਾ। ਜਦੋਂ ਵੀ ਇਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਆਉਂਦੇ ਹਨ, ਸ਼ਬਦ ਪੜਤ ਨਰ ਬ੍ਰਹਮ ਸਮੇਤਾ। ਨਾਲ ਸੰਗਤਾਂ ਨੂੰ ਲੈ ਕੇ ਤੇ ਜਥਾ ਬੰਨ੍ਹ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ, ਸ਼ਬਦ ਪੜ੍ਹਦੇ ਆਉਂਦੇ ਹਨ। ਭਵ ਬੰਧਨ ਤੇ ਹੋਏ ਨਿਰਾਰੇ। ਇਸ ਤਰ੍ਹਾਂ ਸੰਗਤ ਜੀ ਇਹ ਗੁਰਮੁਖ ਜਨ ਭਾਈ ਮੰਗੋ ਇਹਨਾਂ ਦੇ ਸੰਗੀ
ਇਹ ਸੰਸਾਰ ਦੇ ਜਿਹੜੇ ਬੰਧਨ ਪਏ ਹੋਏ ਨੇ ਜੀਵਾਂ ਨੂੰ, ਬੰਧਨਾਂ ਦਾ ਬੱਝਾ ਹੋਇਆ ਇਹ ਭੌਂਦਾ ਫਿਰਦਾ ਇਹ ਜੀਵ, ਸਾਰੇ ਬੰਧਨਾਂ ਤੋਂ ਮੁਕਤ ਕਰ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਮੰਗੋ ਦੇ ਸੰਗੀਆਂ ਸਾਥੀਆਂ ਨੂੰ। ਸੰਗੇ ਆਪਰ ਅਨੇਕ ਉਧਾਰੇ, ਅਨੇਕਾਂ ਹੀ ਸੰਗੀਆਂ ਨੂੰ ਵੀ ਤਾਰ ਲਿਆ ਭਾਈ ਮੰਗੋ ਜੀ ਨੇ। ਇੱਕ ਕਾਲੋ ਖਤਰੇ ਧਰ ਆਸਾ, ਇੱਕ ਕਾਲੂ ਨਾਮ ਦਾ ਖੱਤਰੀ ਹੈ ਗੁਰੂ ਕਾ ਪਿਆਰਾ, ਉਹਦੇ ਮਨ ਵਿੱਚ ਇਹ ਆਸ ਸੀ। ਮਿਲਿਓ ਆਏ ਸ਼੍ਰੀ ਨਾਨਕ ਪਾਸਾ, ਉਹ ਆਪਣੇ ਮਨ ਦੀਆਂ ਆਸਾਂ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਕਰਤਾਰਪੁਰ ਸਾਹਿਬ ਆਇਆ। ਦੁਆ ਕਰ ਜੋਰ ਬੰਦ ਨਾ ਠਾਨੇ, ਦੋਨੋਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੇ। ਬੈਠ ਸਮੀਪ ਭਨੇ ਪੁਨ ਬਾਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਬੈਠ ਕੇ ਅਰਜ਼ ਕੀਤੀ, ਕਹਿਣ ਲੱਗਾ, ਸਨਮੁਖ ਮਨਮੁਖ ਲਛਨ ਜੇ, ਇਹ ਗਰੀਬ ਨਵਾਜ ਮਹਾਰਾਜ ਕਿਰਪਾ ਕਰੋ, ਮਿਹਰ ਕਰੋ। ਇਹ ਇੱਕ ਤੇ ਸਨਮੁਖ ਮੰਨੇ ਜਾਂਦੇ ਐ, ਇੱਕ ਮਨਮੁਖ ਮੰਨੇ ਜਾਂਦੇ ਐ, ਪਰ ਇਹਨਾਂ ਦੀਆਂ ਜਿਹੜੀਆਂ ਨਿਸ਼ਾਨੀਆਂ, ਜਿਹੜੇ ਲੱਛਣ ਹਨ ਸਨਮੁਖ ਤੇ ਮਨਮੁਖਾਂ ਦੇ, ਕਰੁਣਾ ਕਰਹੁ ਉਚਾਰਹੁ ਤੇ, ਇਹ ਮਹਾਰਾਜ ਦਇਆ ਕਰਕੇ ਮੈਨੂੰ ਦੱਸੋ ਸਨਮੁਖ ਕੌਣ ਨੇ ਤੇ ਮਨਮੁਖ ਕੌਣ ਨੇ। ਸੁਨ ਕੈ ਸ਼੍ਰੀ ਗੁਰ ਗਿਰਾ ਅਲਾਏ, ਇਹ ਬਚਨ ਸੁਣੇ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਕਹਿਣ ਲੱਗੇ, ਕਲ ਮਲ ਤੇ ਜਿਨ ਕੰਡ ਫਿਰਾਏ, ਇਹ ਭਾਈ ਗੁਰਸਿੱਖਾ ਜਿਨ੍ਹਾਂ ਨੇ ਪਾਪਾਂ ਵਾਲੇ ਪਾਸੇ ਤੋਂ ਮੂੰਹ ਫੇਰ ਲਿਆ ਹੈ, ਸੋ ਕਿਰਤ ਸਾਮੋਹੇ ਸਾਖੇ ਬਿਰਤ ਕੋ, ਅਤੇ ਉਹਨਾਂ ਨੇ ਸੁਕਰਤ ਚੰਗੇ ਕਰਮਾਂ ਵੱਲ ਨੂੰ ਸਨਮੁਖ ਮੂੰਹ ਕੀਤਾ ਹੋਇਆ, ਜਾਂ ਚੰਗੇ ਕਰਮ ਜਿਹੜੇ ਹਨ ਉਹਨਾਂ ਨੂੰ ਆਪਣਾ ਸਾਥੀ ਬਣਾਇਆ ਹੋਇਆ, ਆਪਣਾ ਗਵਾਹ ਬਣਾਇਆ ਹੋਇਆ, ਅੱਗੇ ਪਰਲੋਕ ਦੇ ਵਿੱਚ ਸਾਖ ਦੇਣ ਵਾਸਤੇ, ਉਗਾਹੀ ਭਰਨ ਵਾਸਤੇ। ਸੁਨਹਿ ਸ਼ਬਦ ਗੁਰ ਥਿਤ ਕਰ ਚਿਤ ਕੋ, ਅਤੇ ਆਪਣੇ ਮਨ ਨੂੰ ਟਿਕਾ ਵਿੱਚ ਰੱਖ ਕੇ, ਭੜਕਣ ਤੋਂ ਹਟਾ ਕੇ ਗੁਰੂ ਕੀ ਸ਼ਬਦ ਸਾਖੀ ਕਥਾ ਕੀਰਤਨ ਸਰਵਣ ਕਰੇ। ਲਛਨ ਚਾਤਰ ਅਪਰ ਹਾਂ ਜੋਏ, ਇਸੇ ਤਰ੍ਹਾਂ ਇਹਨਾਂ ਦੇ ਵਿੱਚ ਹੋਰ ਵੀ 4 ਲੱਛਣ ਹਨ ਸਨਮੁਖਾਂ ਦੇ। ਸੁਨਹੁ ਪ੍ਰੀਤ ਕਰ ਉਚਰਾ ਸੋਏ, ਇਹ ਭਾਈ ਤੁਸੀਂ ਪ੍ਰੇਮ ਨਾਲ ਸੁਣੋ, ਮਹਾਰਾਜ ਕਹਿੰਦੇ ਅਸੀਂ ਦੱਸਦੇ ਆਂ ਵੀ ਸਨਮੁਖਾਂ ਦੇ ਉਹ 4 ਲੱਛਣ ਕਿਹੜੇ ਹਨ। ਦੋਹਰਾ ਮੈਤਰੀ ਕਰੁਣਾ ਦਵੈ ਲਖੋ, ਮੁਦਤਾ ਤੇਜੇ ਜਾਨ, ਇੱਕ ਤੇ ਹੈ ਮੈਤਰੀ ਮਿੱਤਰਤਾ, ਇੱਕ ਹੈ ਕਰੁਣਾ ਦਇਆ, ਤੇ ਤੀਸਰਾ ਕਿਸੇ ਦੇ ਕੋਈ ਕਾਰਜ ਨੂੰ ਵੇਖ ਕੇ ਪ੍ਰਸੰਨ ਹੋਣਾ, ਮੁੱਦਤ ਹੋਣਾ, ਖੁਸ਼ ਹੋਣਾ। ਚਤੁਰ ਉਪੇਖਿਆ ਜਿਸ ਬਿਖੈ, ਸਨਮੁਖ ਸੇ ਪਹਿਚਾਨ, ਤੇ ਚੌਥਾ ਉਪੇਖਿਆ ਕਰਨੀ, ਕਿਸੇ ਦੇ ਵਿੱਚ ਗੁਣ ਹਨ ਉਹਨਾਂ ਨੂੰ ਵੇਖ ਕੇ ਤੇ ਈਰਸ਼ਾ ਨਹੀਂ ਕਰਨੀ, ਨਾ ਕਿਸੇ ਦੇ ਔਗੁਣਾਂ ਨੂੰ ਚਿਤਾਰਨਾ, ਨਾ ਗੁਣਾਂ ਨੂੰ ਚਿਤਾਰਨਾ। ਇਹ 4 ਪ੍ਰਕਾਰ ਦੇ ਲੱਛਣ ਹਨ। ਚਉਪਈ ਕਾਲੂ ਕਹਿਓ ਨਾ ਜਾਣਿਓ ਜਾਏ, ਭਾਈ ਕਾਲੂ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ, ਇਹ ਆਪ ਜੀ ਨੇ ਜੋ 4 ਦੱਸੇ ਹੈ ਇਹ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਲੱਗੀ ਹੈ, ਅਰਥ ਖੋਲ ਦੀਜੈ ਸਮਝਾਏ, ਇਸ ਵਾਸਤੇ ਆਪ ਕਿਰਪਾ ਕਰੋ ਮਹਾਰਾਜ, ਥੋੜਾ ਖਲਾਸੇ ਦੇ ਨਾਲ ਮੈਨੂੰ ਸਮਝਾਉਣਾ ਕਰੋ, ਦੱਸੋ ਜੀ। ਸੁਨ ਸ਼੍ਰੀ ਮੁਖ ਸੋ ਬਚਨ ਅਲਾਇਆ, ਇਹ ਬਚਨ ਬਾਬੇ ਕਾਲੂ ਭਾਈ ਦੇ ਸੁਣੇ ਸੱਚੇ ਪਾਤਸ਼ਾਹ ਮਹਾਰਾਜ ਨੇ, ਤੇ ਅੱਗੋਂ ਭਾਈ ਕਾਲੂ ਨੂੰ ਕਹਿਣ ਲੱਗੇ, ਸਤਿਗੁਰੂ ਮੈਤਰੀ ਅਰਥ ਮੀਤ ਸਮੁਦਾਇਆ, ਸੋ ਮੈਤਰੀ ਦਾ ਅਰਥ ਹੈ ਮਿੱਤਰਤਾਈ, ਸਾਰੀ ਦੁਨੀਆ ਨੂੰ ਆਪਣਾ ਮਿੱਤਰ ਸਮਝਣਾ, ਕਿਸੇ ਨੂੰ ਆਪਣਾ ਦੁਸ਼ਮਣ ਨਾ ਸਮਝਣਾ। ਪੇਖੈ ਸੁਖੇ ਕੇਹ ਨਿਜ ਸੁਖ ਜਾਣੈ, ਕਿਸੇ ਦੂਸਰੇ ਨੂੰ ਸੌਖਾ ਵੇਖ ਕੇ, ਚੰਗਾ ਖੁਸ਼ ਵੇਖ ਕੇ ਖੁਸ਼ ਹੋਣਾ। ਭਈਏ ਰੱਬ ਦੇ ਬੰਦੇ ਐ, ਪਰਮੇਸ਼ਵਰ ਨੇ ਬੜੀ ਕਿਰਪਾ ਕੀਤੀ, ਇਹਨਾਂ ਨੂੰ ਭਾਗ ਲਾਏ ਐ ਤੇ ਇਹਨਾਂ ਨੂੰ ਖੁਸ਼ੀ ਦਿੱਤੀ ਐ, ਕਿਸੇ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਹੋਣਾ। ਪਰ ਸੁਖ ਦੇਖ ਨਾ ਈਰਖਾ ਠਾਨਹਿ, ਪਰਾਏ ਦੇ ਸੁਖ ਨੂੰ ਵੇਖ ਕੇ ਈਰਖਾ ਨਹੀਂ ਕਰਨੀ। ਕਈ ਇਹੋ ਜਿਹੇ ਲੋਕ ਹੁੰਦੇ ਕਿ
ਉਹ ਕਿਸੇ ਦੇ ਸੁੱਖ ਨੂੰ ਜਰ ਨਹੀਂ ਸਕਦੇ, ਜਲਦੇ ਹੀ ਰਹਿੰਦੇ, ਸੜਦੇ ਹੀ ਰਹਿੰਦੇ ਹਨ। ਆਪ ਤਾਂ ਕੁਝ ਕਰਨ ਜੋਗੇ ਹੁੰਦੇ ਨਹੀਂ, ਤੇ ਕਿਸੇ ਦੇ ਚੰਗੇ ਕਰਮਾਂ ਨੂੰ ਦੇਖ ਕੇ ਉਹਨਾਂ ਨੂੰ ਸਾੜਾ ਹੀ ਪਿਆ ਰਹਿੰਦਾ ਹੈ। ਆਪ ਨਾ ਦੇਹ ਚੁਲੂ ਪਰ ਪਾਣੀ, ਤਹਿ ਨਿੰਦੇ ਜੇ ਗੰਗਾ ਆਣੀ। ਉਹਨਾਂ ਦਾ ਸੁਭਾਅ ਹੀ ਨਿੰਦਿਆ ਵਾਲਾ ਬਣਿਆ ਹੁੰਦਾ ਹੈ, ਤੇ ਆਪ ਦੇ ਇੱਕ ਘੁੱਟ ਪਾਣੀ ਨਹੀਂ ਕਿਸੇ ਨੂੰ ਪਿਲਾ ਸਕਦੇ, ਤੇ ਨਿੰਦਿਆ ਉਹੋ ਜਿਹੇ ਮਹਾਂਪੁਰਖਾਂ ਦੀ ਕਰਦੇ ਹੈ। ਜਿਸ ਤਰ੍ਹਾਂ ਗੰਗਾ ਭਗੀਰਥ ਜੀ ਨੇ ਲਿਆਂਦੀ ਸੀ ਮਾਤ ਲੋਕ ਤੇ ਹੁਣ ਵੀ ਕਈ ਮਹਾਂਪੁਰਖ ਪਰਉਪਕਾਰ ਦੇ ਕਾਰਜ ਕਰਦੇ, ਪਰਉਪਕਾਰੀ ਸਾਧੂਆਂ ਦੀ ਨਿੰਦਿਆ ਦੇ ਲਾਕੋ ਬੰਨੀ ਰੱਖਦੇ, ਆਪ ਕੁਝ ਕਰਨ ਜੋਗੇ ਹੁੰਦੇ ਨਹੀਂ। ਇਹ ਜਿਹਾ ਸੁਭਾਅ ਨਹੀਂ ਹੋਣਾ ਚਾਹੀਦਾ। ਵਿਦਿਆ ਕੇ ਧੋ ਦਰਬ ਨੇਜ ਪਾਸਾ। ਤੁਹਾਡੇ ਕੋਲ ਮਹਾਰਾਜ ਕਹਿੰਦੇ ਜੇ ਮਾਇਆ ਪਰਮੇਸ਼ਵਰ ਨੇ ਦਿੱਤੀ ਹੋਈ ਹੈ, ਜਾਂ ਸਾਰਿਆਂ ਤੋਂ ਵੱਡਾ ਧਨ ਖਜ਼ਾਨਾ ਮਨੁੱਖ ਦੇ ਪਾਸ ਵਿਦਿਆ ਦਾ ਹੁੰਦਾ ਹੈ। ਜੇ ਤੁਹਾਡੇ ਕੋਲ ਵਿਦਿਆ ਹੈ ਜਾਂ ਮਾਇਆ ਹੈ, ਤੇਹ ਸੋ ਪਰ ਕੋ ਦੇ ਸੁਖ ਰਾਸਾ। ਉਹਦੇ ਨਾਲ ਪਰਾਏ ਨੂੰ ਖੁਸ਼ੀ ਕਰਨਾ, ਸੁਖ ਦੇਣਾ। ਜੇ ਕਿਸੇ ਪਾਸ ਮਾਇਆ ਨਹੀਂ ਹੈ, ਤੁਹਾਡੇ ਪਾਸ ਮਾਇਆ ਹੈ, ਤੇ ਜਿਹੜੇ ਕੰਮ ਕਿਸੇ ਦੂਸਰੇ ਦੇ ਮਾਇਆ ਤੋਂ ਬਿਨਾਂ ਰੁਕੇ ਹੋਏ ਹੈ, ਉਹ ਕੰਮ ਉਸ ਦੇ ਕਰਵਾ ਦੇਣੇ। ਮਾਇਆ ਖਰਚ ਕੇ ਆਪਣੀ ਮਾਇਆ ਨਾਲ ਕਿਸੇ ਦਾ ਕਾਰਜ ਕਰਵਾ ਕੇ ਉਹ ਦੁਖੀ ਹਿਰਦੇ ਨੂੰ ਸੁਖੀ ਕਰਨਾ, ਇਹ ਵੀ ਵੱਡਾ ਇੱਕ ਪੁੰਨ ਹੈ। ਇਸੇ ਪ੍ਰਕਾਰ ਕਿਸੇ ਦੇ ਪਾਸ ਵਿਦਿਆ ਨਹੀਂ ਹੈ, ਤੁਹਾਡੇ ਪਾਸ ਵਿਦਿਆ ਹੈ, ਤੇ ਵਿਦਿਆ ਦਾ ਗੁਣ ਕਿਸੇ ਨੂੰ ਦੇ ਦੇਣਾ, ਇਹ ਵੀ ਬਹੁਤ ਵੱਡਾ ਪੁੰਨ, ਮਾਇਆ ਦੇਣ ਨਾਲੋਂ ਵੀ ਵੱਡਾ ਪੁੰਨ ਹੈ। ਦੋਹਰਾ ਕਰਤ ਭਲਾਈ ਮੇਤ ਸੋ ਤਿਉ ਕੀਜੈ ਸਭ ਸੰਗ। ਕਿਸ ਤਰ੍ਹਾਂ ਦਾ ਸੁਭਾਅ ਹੋਣਾ ਚਾਹੀਦਾ ਗੁਰਸਿੱਖ ਦਾ? ਜਿਵੇਂ ਕੋਈ ਆਪਣਾ ਬਹੁਤਾ ਨਜ਼ਦੀਕੀ ਮਿੱਤਰ ਹੋਵੇ ਤੇ ਆਪਾਂ ਉਹਦੇ ਨਾਲ ਵਰਤਾਓ ਕਰਦੇ ਹਾਂ ਨਜ਼ਦੀਕੀ ਮਿੱਤਰ ਦੇ ਨਾਲ, ਇਸੇ ਤਰ੍ਹਾਂ ਸਾਰੀ ਦੁਨੀਆ ਦੇ ਲੋਕਾਂ ਨਾਲ ਆਪਣੇ ਨਜ਼ਦੀਕੀ ਮਿੱਤਰ ਵਾਲਾ ਵਰਤਾਓ ਕਰੇ। ਮੈਤਰੀ ਕੇ ਲੱਛਣ ਇਹ ਹੈ ਕਰਨ ਕੇ ਮਨ ਭੰਗ। ਤੇ ਇਹ ਹੈ ਮਿੱਤਰਤਾਈ ਦੇ ਨਿਸ਼ਾਨੀਆਂ, ਲੱਛਣ। ਕਿਸੇ ਦਾ ਮਨ ਨਾ ਤੋੜੇ, ਕਿਸੇ ਦੇ ਮਨ ਨੂੰ ਦੁਖੀ ਨਾ ਕਰੇ। ਚਉਪਈ ਨਿਜ ਤੇ ਵਿਦਿਆ ਕੈ ਧਨ ਮਾਹੇ। ਸੋ ਤੁਹਾਡੇ ਪਾਸ ਵਿਦਿਆ ਹੈ, ਧਨ ਦੌਲਤ ਹੈ, ਕੈ ਬਲ ਬਿਖੈ ਕੇ ਮਤ ਲਗਵਾਹੇ। ਜਾਂ ਤੁਹਾਡੇ ਪਾਸ ਤਾਕਤ ਹੈ, ਜਾਂ ਤੁਹਾਡੀ ਬੁੱਧੀ ਤੀਖਣ ਹੈ, ਤੇਜ ਹੈ, ਤਿਨ ਕੋ ਅਨੁਜ ਆਤਮਜ ਨਿਆਈ। ਸੋ ਉਹਨਾਂ ਨੂੰ ਕੀ ਸਮਝਣਾ? ਆਪਣੇ ਛੋਟੇ ਭਰਾ ਤੇ ਪੁੱਤਰ ਦੀ ਤਰ੍ਹਾਂ ਸਮਝਣਾ ਹੈ। ਕਰ ਸਹਾਇਤਾ ਦੇ ਬਧਾਈ। ਤੇ ਉਹ ਸਹਾਇਤਾ ਕਰਨੀ। ਜਿਹਦੇ ਪਾਸ ਵਿਦਿਆ ਨਹੀਂ, ਪੜ੍ਹਾਈ ਨਹੀਂ ਹੈ, ਧਨ ਦੌਲਤ ਨਹੀਂ ਹੈ, ਮਾਇਆ ਨਹੀਂ ਹੈ, ਤੇ ਉਹਦਾ ਆਸਰਾ ਬਣ ਕੇ ਉਹਦੀ ਮਾਇਆ ਨੂੰ ਦੇ ਕੇ ਆਪਣੇ ਪਾਸੋਂ ਵਧਾਉਣਾ, ਉਹਦੇ ਕਾਰਜ ਕਰਵਾ ਦੇਣੇ, ਜਿਹਦੇ ਨਾਲ ਉਹ ਆਪਣੇ ਪੈਰਾਂ 'ਤੇ ਖੜਾ ਹੋ ਸਕੇ, ਆਪਣਾ ਕੋਈ ਕਾਰੋਬਾਰ ਚਲਾ ਸਕੇ। ਵਿਦਿਆ ਨਹੀਂ ਹੈ, ਉਹਨੂੰ ਵਿਦਿਆ ਦੀ ਦਾਤ ਦਾਨ ਦੇ ਦੇਵੋ, ਤਾਂ ਕਿ ਉਹ ਵਿਦਿਆ ਪ੍ਰਾਪਤ ਕਰਕੇ ਕੋਈ ਆਪਣਾ ਕਾਰੋਬਾਰ ਅੱਗੇ ਕਰ ਸਕੇ। ਇਸ ਤਰ੍ਹਾਂ ਛੋਟਾ ਭਰਾ ਤੇ ਪੁੱਤਰ ਸਮਝ ਕੇ ਉਹਨੂੰ ਮਾਇਆ ਅਤੇ ਵਿਦਿਆ ਦਾ ਦਾਨ ਦੇਣਾ ਹੈ। ਕੋਈ ਅਹਿਸਾਨ ਨਹੀਂ ਕਿਸੇ ਤੇ ਕਰਨਾ। ਮਨੁੱਖ ਆਪਣੇ ਨਿੱਕੇ ਭਰਾ ਨੂੰ ਤੇ ਪੁੱਤਰ ਨੂੰ ਕੋਈ ਵਸਤੂ ਦਿੰਦਾ ਤੇ ਅਹਿਸਾਨ ਨਹੀਂ ਬਹੁਤਾ ਜਚਾਉਂਦਾ ਵੀ ਮੈਂ ਤੈਨੂੰ ਦੇ ਰਿਹਾ, ਅਹਿਸਾਨ ਕਰ ਰਿਹਾ, ਆਪਣਾ ਫਰਜ਼ ਸਮਝ ਕੇ। ਇਸੇ ਤਰ੍ਹਾਂ ਕੋਈ ਗਰੀਬ ਆਦਮੀ ਹੈ, ਉਹਦੇ ਪਾਸ ਧਨ ਦੌਲਤ ਨਹੀਂ, ਅਸਲੋਂ ਹੀ ਵਿਚਾਰਾ ਗਿਆ ਗੁਜ਼ਰਿਆ ਹੈ, ਉਹਦੇ ਪਾਸ ਵਿਦਿਆ ਨਹੀਂ ਹੈ, ਤੇ ਉਸ ਗਰੀਬ ਨੂੰ ਤੇ ਅਵਿਦਿਅਕ ਨੂੰ ਆਪਣਾ ਨਿੱਕਾ ਭਰਾ ਤੇ ਪੁੱਤਰ ਸਮਝ ਕੇ ਮਾਇਆ ਦੀ ਉਹਦੇ ਮਦਦ ਕਰ ਦੇਣੀ ਤੇ ਵਿਦਿਆ ਦੀ ਉਹਨੂੰ ਦਾਤ ਦੇ ਦੇਣੀ। ਇਹ ਗੁਰਮੁਖ ਜਨ ਦਾ ਫਰਜ਼ ਬਣਦਾ ਹੈ। ਸੁਭਾਅ ਐਸਾ ਹੋਣਾ ਚਾਹੀਦਾ ਗੁਰਮੁਖ ਦਾ। ਲਗ ਕੋ ਦੇਖ ਗਰਵ ਨਹਿ ਕਰਹਿ। ਅਤੇ ਆਪਣੇ ਤੋਂ ਕਿਸੇ ਨੂੰ ਨਿੱਕਾ ਵੇਖ ਕੇ ਆਪ ਵੱਡਾ ਬਣ ਕੇ ਹੰਕਾਰ ਨਾ ਕਰੇ। ਇਸ ਕੋ ਕਰੁਣਾ ਸੰਤ ਉਚਾਰਹਿ। ਇਹ ਜਿਹੜਾ ਸੁਭਾਅ ਹੈ ਨਾ, ਕਿਸੇ ਨੂੰ ਗਰੀਬ ਦੇਖ ਕੇ ਤੇ ਮਸਕਰੀ ਨਹੀਂ ਕਰਨੀ, ਮਜ਼ਾਕ ਨਹੀਂ ਉਡਾਉਣੀ, ਉਹਦੀ ਮਦਦ ਕਰਨੀ। ਮਹਾਰਾਜ ਕਹਿੰਦੇ ਇਹ ਮੈਤਰੀ ਸੁਭਾਅ ਹੈ, ਚੰਗੇ ਮਿੱਤਰ ਵਾਲਾ। ਜਿਵੇਂ ਆਪਾਂ ਆਪਣੇ ਚੰਗੇ ਮਿੱਤਰ ਨਾਲ ਵਰਤਾਓ ਕਰਦੇ ਹਾਂ, ਦੁਨੀਆ ਦੇ ਹਰ ਗਰੀਬ ਨਾਲ ਇਹ ਜਿਹਾ ਵਿਵਹਾਰ ਕਰਨਾ ਜਿਵੇਂ ਆਪਾਂ ਆਪਣੇ ਚੰਗੇ ਸੋਹਣੇ ਨਜ਼ਦੀਕੀ ਮਿੱਤਰ ਨਾਲ ਵਿਵਹਾਰ ਕਰਦੇ ਹਾਂ। ਜੇ ਔਰ ਤਰਹਿ ਤਰਹਿ ਭਾਵ ਸੇ। ਮਹਾਰਾਜ ਕਹਿੰਦੇ
ਜੇ ਭਾਈ ਇਹ ਚਾਰ ਗੁਣ ਹਿਰਦੇ ਵਿੱਚ ਵਸਾਓਗੇ ਭਵ ਸਾਗਰ ਤੋਂ ਪਾਰ ਹੋ ਜਾਵੋਗੇ। ਸਨਮੁਖ ਨਾਮ ਲਖਹੁ ਤੁਮ ਤੇ ਤੇਈ। ਇਹਦਾ ਨਾਮ ਹੈ ਸਨਮੁਖ, ਕਿਉਂਕਿ ਮਨਮੁਖ ਤੇ ਸਨਮੁਖ ਪੁੱਛਿਆ ਸੀ। ਮਹਾਰਾਜ ਕਹਿੰਦੇ ਇਹ ਸਨਮੁਖ ਨਾਮ ਹੈ। ਜਿਹੜੇ ਇਹ ਜਿਹੇ ਸੁਭਾਅ ਵਾਲੇ ਹੁੰਦੇ ਆ, ਸ਼ੁਭ ਗੁਣੀ ਹੁੰਦੇ ਹਨ, ਉਹਨਾਂ ਨੂੰ ਸਨਮੁਖ ਕਿਹਾ ਜਾਂਦਾ ਹੈ। ਨਿਜ ਤੇ ਵਿਦਿਆ ਕਾ ਗੁਣ ਮਾਹੇ। ਸੋ ਆਪਣੇ ਪਾਸੋਂ ਵਿਦਿਆ ਜਾਂ ਗੁਣ ਦੀਰਘ ਦੇਖ ਦੁਖ ਨਹਿ ਕਾਹੇ। ਕਿਸੇ ਦੇ ਪਾਸ ਵਿਦਿਆ ਜ਼ਿਆਦੀ ਹੈ, ਕਿਸੇ ਦੇ ਪਾਸ ਮਾਇਆ ਜ਼ਿਆਦੀ ਹੈ, ਕਿਸੇ ਦੇ ਪਾਸ ਗੁਣ ਜ਼ਿਆਦਾ ਹਨ। ਦੂਸਰੇ ਦੇ ਗੁਣਾਂ ਜ਼ਿਆਦਿਆਂ ਨੂੰ ਦੇਖ ਕੇ, ਦੂਏ ਦੇ ਪਾਸ ਜ਼ਿਆਦੀ ਮਾਇਆ ਦੇਖ ਕੇ ਮਨ ਨੂੰ ਦਿਖਾਵੇ ਨਾ, ਈਰਸ਼ਾ ਨਾ ਕਰੇ। ਤਿਨ ਕੇ ਸੁਨਹਿ ਪ੍ਰਸ਼ੰਸਾ ਕਾਨ। ਉਲਟਾ ਜੇ ਕੋਈ ਉਹਨਾਂ ਦੀ ਪ੍ਰਸ਼ੰਸਾ ਕਰਦਾ ਹੈ, ਭਾਈ ਫਲਾਨਾ ਹੈ, ਉਹਦੇ ਪਾਸ ਬੜੀ ਧਨ ਦੌਲਤ ਹੈ, ਉਹਦੇ ਪਾਸ ਬੜੇ ਹੁਨਰ ਹਨ, ਬੜੇ ਗੁਣਾਂ ਦਾ ਉਹ ਮਾਲਕ ਹੈ, ਤੇ ਉਹਦੀ ਸੋਭਾ ਸੁਣ ਕੇ ਈਰਸ਼ਾ ਨਾ ਕਰੇ, ਉਲਟਾ ਪ੍ਰਸੰਨ ਹੋਵੇ। ਹਰਖ ਮਾਨ ਹੋਏ ਸੇ ਮਤਵਾਨ। ਤੇ ਜਿਹੜੇ ਬੁੱਧੀ ਵਾਲੇ ਲੋਕ ਨੇ ਉਹ ਪ੍ਰਸੰਨ ਹੁੰਦੇ। ਜਿਹੜੇ ਘੱਟ ਬੁੱਧੀ ਵਾਲੇ ਆ ਉਹ ਦੂਸਰੇ ਦੀ ਵਡਿਆਈ ਸੁਣ ਕੇ, ਸੋਭਾ ਸੁਣ ਕੇ ਜਲਦੇ ਰਹਿੰਦੇ, ਸੜਦੇ ਰਹਿੰਦੇ ਹਨ। ਦੋਹਰਾ ਜੈਸੇ ਪਿਤ ਗੁਰਦੇਵ ਕੋ ਸੁਨ ਜਾਸ ਹੋਤ ਪ੍ਰਸੰਨ। ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਵੀ ਕਿਹੋ ਜਿਹਾ ਹੋਣਾ ਚਾਹੀਦਾ। ਜਿਸ ਤਰ੍ਹਾਂ ਜੀਵ ਆਪਣੇ ਪਿਤਾ ਦੀ ਸੋਭਾ ਸੁਣ ਕੇ ਬੜਾ ਪ੍ਰਸੰਨ ਹੁੰਦਾ ਹੈ ਕਿ ਮੇਰੇ ਪਿਤਾ ਦੀ ਵਡਿਆਈ ਹੋ ਰਹੀ ਹੈ, ਜਾਂ ਆਪਣੇ ਗੁਰੂ ਜਿਹੜੇ ਹੁੰਦੇ ਆ ਵਿਦਿਆ ਦੇ ਦਾਤੇ, ਬ੍ਰਹਮ ਦਾਤੇ ਆਦਿਕ, ਜਿਵੇਂ ਉਹਨਾਂ ਦੀ ਕੋਈ ਸੋਭਾ ਕਰੇ ਤੇ ਬੜੀ ਮਨ ਨੂੰ ਚੰਗੀ ਲੱਗਦੀ ਵੀ ਸਾਡੇ ਗੁਰਾਂ ਦੀ ਸੋਭਾ ਕਰਦਾ ਹੈ। ਤਿਉ ਹਰਖੈ ਮੁਖ ਸੇ ਕਹੈ ਵਾਹਿਗੁਰੂ ਨਿਤ ਧਨ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਸੁਣ ਕੇ ਪ੍ਰਸੰਨ ਹੋਵੇ। ਜਿਵੇਂ ਆਪਣੇ ਪਿਤਾ ਦੀ ਸੋਭਾ ਸੁਣ ਕੇ ਮਨ ਖੁਸ਼ ਹੋ ਜਾਂਦਾ ਹੈ ਨਾ, ਇਸ ਤਰ੍ਹਾਂ ਗੁਰੂ ਦੀ ਸੋਭਾ ਕਰਤੇ ਦੇ ਨਾਮ ਨੂੰ ਜਪ ਕੇ ਸੁਣ ਕੇ ਮਨ ਨੂੰ ਪ੍ਰਸੰਨ ਰੱਖੇ। ਚਉਪਈ ਜੈਨ ਇਸ ਬਿਦ ਕੇ ਮਨੁਜ ਉਪਾਏ। ਜਿਹੜੇ ਇਹ ਜੇ ਮਨੁੱਖ ਹਨ ਸੰਸਾਰ ਦੇ ਵਿੱਚ, ਧਨ ਪ੍ਰਭੂ ਕਹੈ ਔਰ ਹਰ ਖਾਏ। ਤੇ ਉਹ ਕਹੇ ਵੀ ਮਹਾਰਾਜ ਤੁਸਾਂ ਇਹ ਜੇ ਮਨੁੱਖਾਂ ਨੂੰ ਪੈਦਾ ਕੀਤਾ, ਦੇਖੋ ਕੈਸੇ ਸਰਗੁਣ, ਕੈਸੇ ਸਤੋਗੁਣ, ਦੂਜਿਆਂ ਦੀ ਸੋਭਾ ਸੁਣ ਕੇ ਜਲਦੇ ਨਹੀਂ, ਉਲਟਾ ਖੁਸ਼ ਹੁੰਦੇ ਐ। ਦਾਨ ਮਾਇਆ ਦਾ ਵੀ ਕਰਦੇ ਐ, ਵਿਦਿਆ ਦਾ ਵੀ ਕਰਦੇ ਐ ਆਦਿਕ। ਸੋ ਉਸ ਕਰਤੇ ਨੂੰ ਵੀ ਧੰਨ ਕਹੇ ਕਿ ਜਿਨ੍ਹੇ ਇਹ ਜੇ ਸੋਹਣੇ ਸੁੰਦਰ ਜੀਵ ਪੈਦਾ ਕੀਤੇ। ਇਹ ਕਰਤਾ ਪੁਰਖ ਤੂੰ ਬੜਾ ਧੰਨ ਹੈ, ਬੜਾ ਬੇਅੰਤ ਹੈ। ਆਸ ਲਖ ਕੈ ਨਿੰਦਾ ਨਹਿ ਚਹੈ। ਇਸ ਵਾਸਤੇ ਕਿਸੇ ਦੀ ਨਿੰਦਿਆ ਨਹੀਂ ਕਦੀ ਭੁੱਲ ਕੇ ਕਰਨੀ। ਮੁਦਤਾ ਨਾਮ ਇਸੇ ਕੋ ਅਹੈ। ਇਹਦਾ ਨਾਮ ਮਹਾਰਾਜ ਕਹਿੰਦੇ ਮੁੱਦਤ ਪ੍ਰਸੰਨ ਰਹਿਣਾ, ਕਿਸੇ ਦੀ ਨਿੰਦਿਆ ਕਰਨੀ ਨਾ। ਜੋ ਹੋਵੇ ਸੋ ਭਲਾ ਹੀ ਭਲਾ ਹੈ, ਹਰ ਇੱਕ ਗੱਲ ਤੇ ਭਲਾ ਹੀ ਭਲਾ ਹੈ। ਐਂ ਮਨ ਵਿੱਚ ਭਲਾ ਹੀ ਵਸਾ ਕੇ ਰੱਖਣਾ। ਇਸ ਦਾ ਜਿਹੜੇ ਇਸ ਤਰ੍ਹਾਂ ਹਰ ਇੱਕ ਦਾ ਭਲਾ ਲੋਚਦੇ ਹੈ, ਭਲਾ ਹੀ ਦੇਖਦੇ, ਭਲਾ ਹੀ ਕਰਦੇ ਹੈ, ਉਸ ਨੂੰ ਮੁੰਦਤਾ ਨਾਮ ਦੀ ਸੰਖਿਆ ਦਿੱਤੀ ਜਾਂਦੀ ਹੈ। ਆਪਣੇ ਮਤ ਗੁਰ ਬਾਚ ਅਨੁਸਾਰ। ਜਿਹੜੇ ਆਪਣੀ ਮਤ ਹੈ ਨਾ, ਬੁੱਧੀ ਆਪਣੀ ਗੁਰੂ ਦੀ ਮਤ ਅਨੁਸਾਰ ਆਪਣੀ ਬੁੱਧੀ ਨੂੰ ਚਲਾਵੇ। ਦੇ ਉਪਦੇਸ਼ ਸਭਨ ਸੁਖਕਾਰ। ਅਤੇ ਜਿਹੜਾ ਵੀ ਕੋਈ ਬਚਨ ਕਰਨਾ ਹੈ ਉਹ ਜਿਹੜੇ ਜੀਵਾਂ ਦਾ ਭਲਾ ਹੋਣ ਵਾਲਾ ਹੋਵੇ, ਜਿਹੜਾ ਕਰਮ ਕਰਨ ਦੇ ਨਾਲ ਜੀਵਾਂ ਨੂੰ ਸੁਖ ਦੀ ਪ੍ਰਾਪਤੀ ਹੋਵੇ, ਇਹੋ ਜਿਹਾ ਉਪਦੇਸ਼ ਜੀਵਾਂ ਨੂੰ ਦੇਣਾ ਚਾਹੀਦਾ। ਗਲਤ ਰਸਤੇ ਤੇ ਨਹੀਂ ਪਾਉਣਾ ਚਾਹੀਦਾ। ਜੋ ਮੰਨੈ ਤੇ ਕੋ ਪੁਨ ਦੇਹਿ। ਜਿਹੜਾ ਤੇ ਕੋਈ ਮੰਨਦਾ ਹੈ ਉਪਦੇਸ਼ ਦੇਵੋ। ਜੇ ਕੋ ਮੰਨਦਾ ਚੰਗਾ ਜੀ, ਜੋ ਬਚਨ ਤੁਸੀਂ ਕਹਿ ਰਹੇ ਬਹੁਤ ਚੰਗਾ ਹੈ, ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਇਸ਼ਨਾਨ ਕਰਿਆ ਕਰਾਂਗੇ, ਬਾਣੀ ਪੜ੍ਹਿਆ ਕਰਾਂਗੇ, ਸਿਮਰਨ ਕਰਾਂਗੇ, ਸੇਵਾ ਕਰਿਆ ਕਰਾਂਗੇ, ਉਹ ਤੇ ਠੀਕ ਹੈ ਭਈ ਚੰਗਾ, ਭਈ ਤੇਰਾ ਭਲਾ ਹੋਵੇ, ਤੂੰ ਬਚਨ ਮੰਨਦਾ ਹੈ। ਅਨ ਮੰਨੇ ਸੋ ਹਠ ਨਾ ਕਰੇ। ਤੇ ਜੇ ਕੋਈ ਨਹੀਂ ਮੰਨਦਾ ਤੇ ਉਹਦੇ ਨਾਲ ਡੰਡਾ ਫੜ ਕੇ ਲੜਨ ਨੂੰ ਨਾ ਚੁੱਲ ਜਵੇ, ਜਿੱਦ ਨਾ ਕਰੇ ਵੀ ਚੰਗਾ ਭਈ ਨਹੀਂ ਮੰਨਦਾ, ਤੇਰੀ ਮਰਜ਼ੀ, ਸਾਡਾ ਕਰਮ ਹੈ ਪਰਉਪਕਾਰ ਵਾਸਤੇ ਬੇਨਤੀ ਕਰਨੀ। ਚੌਂਕੀਦਾਰ ਦਾ ਕਰਮ ਹੁੰਦਾ ਹੈ ਆਵਾਜ਼ਾਂ ਦਿੰਦੇ ਰਹਿਣਾ,
ਹੋਸ਼ਿਆਰ ਖਬਰਦਾਰ ਜਾਗਦੇ ਰਹੋ। ਤੇ ਜੇ ਕੋਈ ਬਦੋ ਬਦੀ ਚੋਰੀ ਕਰਵਾਉਂਦਾ ਤੇ ਉਹ ਕਰਵਾਈ ਜਾਵੇ। ਚੋਰਾਂ ਨਾਲ ਡਾਂਗੋ ਡਾਂਗੀ ਨਹੀਂ ਜਾ ਕੇ ਹੋਣਾ। ਜੇ ਕੋਈ ਬਚਨ ਮੰਨਦਾ ਹੈ ਤੇ ਸਤ ਬਚਨ, ਨਹੀਂ ਮੰਨਦਾ ਤੇ ਉਹਦੇ ਨਾਲ ਜਿੱਦ ਨਹੀਂ ਕਰਨੀ ਹੈ। ਦੋਹਰਾ ਪਰਾ ਲਬਦ ਇਸ ਕੇ ਨਹੀਂ, ਅਸ ਜਾਣਹਿ ਮਨ ਮਾਹੇ। ਜਿਹੜਾ ਸਤ ਬਚਨ ਨਹੀਂ ਮੰਨਦਾ ਪਰਉਪਕਾਰ ਦੇ ਸੁਭਾਅ ਮੁਤਾਬਕ, ਉਹਦੇ ਵਾਸਤੇ ਤੁਸੀਂ ਆਪਣੇ ਹਿਰਦੇ ਵਿੱਚ ਇਹੀ ਵਿਚਾਰ ਕਰਨੀ ਹੈ ਵੀ ਇਹਦੀ ਪਰਾ ਲੱਭਦੀ ਨਹੀਂ ਹੈ ਚੰਗੇ ਕਰਮ ਕਰਨ ਦੀ। ਇਸ ਵਾਸਤੇ ਇਹਦੇ ਨਾਲ ਝਗੜਾ ਕਾਹਨੂੰ ਕਰਨਾ, ਇਹਦੇ ਕਰਮਾਂ ਵਿੱਚ ਹੀ ਨਹੀਂ ਲਿਖਿਆ ਹੋਇਆ ਚੰਗੇ ਕਾਰਜ ਕਰਨੇ। ਇਸ ਵਾਸਤੇ ਉਹਦੇ ਨਾਲ ਝਗੜਾ ਨਹੀਂ ਕਰਨਾ। ਤੋਸ਼ਨ ਤਿਹ ਸੋ ਹੋਏ ਰਹੈ, ਨਾਮ ਉਪੇਖਿਆ ਤਾਹੇ। ਤੇ ਚੁੱਪ ਕੀਤੇ ਰਹਿਣਾ, ਉਹਦੇ ਨਾਲ ਬਹਿਸ ਨਹੀਂ ਕਰਨੀ। ਇਹ ਜਿਹੜਾ ਗੁਪਤ ਰਹਿਣਾ, ਜੇ ਕਿਸੇ ਨੇ ਮੰਨ ਲਿਆ ਠੀਕ ਹੈ, ਨਹੀਂ ਮੰਨਿਆ ਤੇ ਕ੍ਰੋਧ ਨਹੀਂ ਕਰਨਾ, ਗੁੱਸੇ ਵਿੱਚ ਨਹੀਂ ਆਉਣਾ, ਇਹਦਾ ਨਾਂ ਉਪੇਖਸ਼ਾ ਹੈ। ਮਨ ਕੋ ਕਹਿਓ ਕਰਤ ਹਾ ਜੋਏ। ਜਿਹੜਾ ਕੋਈ ਆਪਣੇ ਮਨ ਦੇ ਆਖੇ ਲੱਗਦਾ ਹੈ, ਮਨ ਦੇ ਕਹੇ ਤੇ ਚੱਲਦਾ ਹੈ, ਹੋਇ ਮਨ ਮੁਖ ਪਹਿਚਾਨੋ ਸੋਏ। ਉਹ ਮਨਮੁਖ ਹੈ। ਕਿਉਂਕਿ ਗੁਰਮੁਖ ਤੇ ਮਨਮੁਖ ਦਾ ਭਾਵ ਹੀ ਇਹ ਹੈ, ਜਿਹੜਾ ਮਨ ਦੇ ਮਗਰ ਲੱਗ ਕੇ ਚੱਲਦਾ, ਮਨ ਨੂੰ ਮੁਖੀ ਜਿਹਨੇ ਬਣਾਇਆ ਹੋਇਆ ਹੈ ਆਪਣੇ ਸਰੀਰ ਦੇ ਘਰ ਦਾ, ਉਹ ਮਨਮੁਖ। ਜਿਹਨੇ ਸਰੀਰ ਰੂਪੀ ਘਰ ਦਾ ਮੁਖੀਆ ਗੁਰਾਂ ਨੂੰ ਬਣਾਇਆ ਹੋਇਆ ਹੈ, ਉਹ ਗੁਰਮੁਖ। ਗੁਰਮੁਖ ਦੇ ਵੀ ਮਹਾਂਪੁਰਖ 3 ਪ੍ਰਕਾਰ ਦੇ ਲੱਛਣ ਦੱਸਦੇ। ਕਹਿੰਦੇ ਇੱਕ ਤੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸਾਰਿਆਂ ਤੋਂ ਮੁਖੀ ਸਮਝਿਆ, ਉਹ ਗੁਰਮੁਖ। ਇੱਕ ਜਿਨ੍ਹਾਂ ਦਾ ਮੁਖ ਸਦਾ ਹੀ ਗੁਰੂ ਵੱਲ ਸਿੱਧਾ ਰਹਿੰਦਾ, ਭਾਵੇਂ ਉਹਨਾਂ ਨੂੰ ਕੋਈ ਆਰੇ ਨਾਲ ਚੀਰ ਦੇਵੇ, ਦੇਗਾਂ ਵਿੱਚ ਉਬਾਲ ਦੇਵੇ, ਜੰਡਾਂ ਨਾਲ ਬੰਨ੍ਹ ਕੇ ਸਾੜ ਦੇਵੇ, ਜੋ ਵੀ ਚਿੱਤ ਕਰੇ ਕਰ ਲਵੇ, ਪਰ ਗੁਰਾਂ ਤੋਂ ਬੇਮੁਖ ਨਹੀਂ ਹੁੰਦੇ। ਇੱਕ ਉਹ ਗੁਰਮੁਖ। ਤੀਸਰੇ ਗੁਰਮੁਖ ਉਹ ਹਨ ਜਿਨ੍ਹਾਂ ਦੇ ਮੁਖ ਵਿੱਚ ਹਰ ਵੇਲੇ ਗੁਰੂ ਕੇ ਬਚਨ ਵਸਦੇ ਹੈ। ਗੁਰੂ ਘਰ ਦੇ ਬਚਨ ਕਰਨੇ, ਗੁਰੂ ਕੀ ਬਾਣੀ ਪੜ੍ਹਨੀ, ਦੂਆ ਕੋਈ ਗੱਲ ਕਰਨੀ ਨਹੀਂ, ਉਹ ਗੁਰਮੁਖ। 3 ਤਰ੍ਹਾਂ ਦੇ ਗੁਰਮੁਖ ਮੰਨੇ ਜਾਂਦੇ ਹੈ। ਅਤੇ ਮਨਮੁਖ ਜਿਨ੍ਹਾਂ ਨੇ ਆਪਣੇ ਮਨ ਨੂੰ ਮੁਖੀ ਬਣਾ ਲਿਆ, ਜੋ ਮਨ ਨੇ ਕਿਹਾ ਉਹਦੇ ਮਗਰ ਲਾ ਕੇ ਉਹੀ ਕਰਦੇ ਰਹੇ। ਜੇ ਚੰਗੇ ਪਾਸੇ ਨੂੰ ਜਾਣ ਲੱਗੇ, ਦਲਿੱਦਰ ਪੈ ਗਿਆ, ਕਹਿਤਾ ਮਨ ਜਿਹਾ ਨਹੀਂ ਕਰਦਾ, ਤੇ ਉੱਥੇ ਢੇਰੀ ਢਾਹ ਦਿੱਤੀ, ਉਹ ਮਨਮੁਖ। ਅਤੇ ਗੁਰਮੁਖ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੈ, ਗੁਰੂ ਦੇ ਨਾਲ ਸਰਧਾ ਹੈ, ਗੁਰੂ ਦੇ ਨਾਲ ਭਾਵਨਾ ਹੈ, ਜਿਨ੍ਹਾਂ ਨੇ ਆਪਣੇ ਸਰੀਰ ਘਰ ਦਾ ਮਾਲਕ ਹੀ ਗੁਰੂ ਨੂੰ ਬਣਾਇਆ ਹੋਇਆ, ਉਹ ਗੁਰਮੁਖ ਹਨ। ਤਾਂ ਤੇ ਤੁਮ ਸਨਮੁਖ ਨਿਤ ਰਹੀਏ। ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਗੁਰਾਂ ਦੇ ਸਨਮੁਖ ਹੋ ਕੇ ਰਹਿਣਾ, ਗੁਰਮੁਖਾਂ ਦੀ ਪਾਂਤ ਵਿੱਚ ਰਹਿਣਾ ਹੈ। ਨਾਮ ਚਿਤਾਰ ਊਚ ਪਦ ਲਹੀਏ। ਅਤੇ ਨਾਮ ਜਪਣਾ ਹੈ। ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ, ਜਿਨ੍ਹਾਂ ਜਪਿਆ, ਉਨੀਆਂ ਉੱਚੀਆਂ ਪਦਵੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ। ਇਸ ਵੇਦ ਸ਼੍ਰੀ ਗੁਰ ਬਚ ਸੋ ਸੁਨ ਕੈ। ਇਹ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਾਈ ਮੂਲੇ ਨੇ ਸੁਣੇ। ਵਰਤਿਓ ਤਿਸ ਪ੍ਰਕਾਰ ਮਨ ਗੁਣ ਕੈ। ਭਾਈ ਕਾਲੂ ਜੀ ਨੇ ਜੋ ਸੁਣੇ ਉਸੇ ਤਰ੍ਹਾਂ ਹੀ ਆਪਣੇ ਜੀਵਨ ਨੂੰ ਢਾਲ ਲਿਆ। ਇਉ ਕਾਲੂ ਕੋ ਭਾ ਨਿਸਤਾਰੇ। ਇਸ ਤਰ੍ਹਾਂ ਭਾਈ ਕਾਲੂ ਜੀ ਦਾ ਭਲਾ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਤਾਰਿਆ ਭਾਈ ਕਾਲੂ ਨੂੰ। ਮਿਲੇ ਜੋ ਨਰ ਤੇ ਸੋਪੇ ਉਧਾਰੇ। ਤੇ ਅੱਗੇ ਜਿਹੜੇ ਭਾਈ ਕਾਲੂ ਨਾਲ ਮਿਲੇ, ਭਾਈ ਕਾਲੂ ਦੀ ਸੰਗਤ ਵਿੱਚ ਆਏ, ਉਹਨਾਂ ਦਾ ਵੀ ਭਲਾ ਹੋ ਗਿਆ। ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਭਾਵ ਧਾਰ ਜਿਹ ਨਰ ਗੁਰ ਦਰਸੇ। ਜਿਹੜਾ ਵੀ ਕੋਈ ਭਾਵਨਾ ਸਹਿਤ ਹੋ ਕੇ ਮਨ ਵਿੱਚ ਇੱਛਾ ਲੈ ਕੇ ਆਉਂਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਦਰਸ਼ਨ ਕਰਦਾ ਹੈ। ਬਚਨ ਸੁਣੇ ਪਾਦ ਪੰਕਜ ਪਰਸੇ। ਅਤੇ ਆਣ ਕੇ ਗੁਰਾਂ ਦੇ ਬਚਨ ਸੁਣੇ, ਗੁਰਾਂ ਦੇ ਚਰਨਾਂ ਤੇ ਨਮਸਕਾਰ ਕਰੇ। ਸੇ ਉਧਰੇ ਸੰਗ ਬ੍ਰੰਦ ਉਧਾਰੇ। ਉਹ ਭਾਈ ਤਰ ਜਾਂਦੇ, ਆਪ ਤਾਂ ਤਰਦੇ ਐ, ਉਹਨਾਂ ਨਾਲ ਹੋਰ ਵੀ ਅਨੇਕਾਂ ਜੀਵਾਂ ਦਾ ਭਲਾ ਹੋ ਜਾਂਦਾ ਹੈ। ਤਿਨ ਪਰ ਕਵੇ ਸदैव ਬਲਹਾਰੇ। ਸੋ ਕਵੀ ਭਾਈ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਕਰਤਾ ਕਹਿੰਦੇ ਐ, ਜਿਹੜੇ ਗੁਰੂ ਚਰਨਾਂ ਵਿੱਚ ਆਉਂਦੇ ਐ, ਗੁਰੂ ਕੇ ਸਤ ਬਚਨ ਨੂੰ ਮੰਨਦੇ ਐ, ਗੁਰੂ ਕੀ ਬਾਣੀ ਪੜ੍ਹਦੇ ਐ, ਗੁਰੂ ਕੇ ਹੁਕਮ ਅਨੁਸਾਰ ਆਪਣਾ ਜੀਵਨ ਢਾਲ ਲੈਂਦੇ ਐ, ਸਿਮਰਨ ਭਜਨ ਸੇਵਾ ਵਿੱਚ ਲੱਗੇ ਰਹਿੰਦੇ ਐ, ਮੈਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ ਗੁਰਸਿੱਖਾਂ ਤੋਂ।
ਪੁਨ ਏਕ ਦਿਨ ਧਰਮਸ਼ਾਲਾ ਮਾਹੇ। ਇੱਕ ਦਿਨ ਦਾ ਪ੍ਰਸੰਗ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਪ੍ਰਭੂ ਸਿੱਖ ਬਹੁ ਜਾਹੇ। ਸੋ ਧਰਮਸ਼ਾਲਾ ਦੇ ਵਿੱਚ ਸਤਿਗੁਰੂ ਜੀ ਸਜੇ ਹੋਏ ਹੈ। ਬੇਅੰਤ ਗੁਰੂ ਕੀਆਂ ਸੰਗਤਾਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਮਿਰਦੁਲ ਮਧੁਰ ਕੀਰਤਨ ਧੁਨ ਹੋਤੇ। ਸੋ ਬੜਾ ਸੋਹਣਾ ਕੀਰਤਨ ਰਸ ਦੇ ਵਿੱਚ, ਮਿਰਦੁਲ ਤੇ ਮਧੁਰ ਧੁਨ, ਮਿੱਠੀ ਧੁਨ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਕੀਰਤਨ ਦੀਆਂ ਧੁਨਾਂ ਉੱਠਦੀਆਂ ਹਨ। ਸੁਨਤ ਸ਼ਰੋਤ ਹਵੈ ਸੁਮਾਤ ਉਦੋਤੇ। ਐਸਾ ਸੁੰਦਰ ਕੀਰਤਨ ਜਿਹਨੂੰ ਸਰਵਣ ਕਰਨ ਦੇ ਨਾਲ ਇਹ ਮਤ ਜਿਹੜੀ ਹੈ ਉਹ ਗਿਆਨਵਾਨ ਹੋ ਜਾਂਦੀ ਹੈ, ਮਤ ਸੁੱਧ ਹੋ ਜਾਂਦੀ ਹੈ। ਦੋਹਰਾ ਖਤਰੀ ਭਗਤਾ ਓ ਹਰੇ ਜਾਪੋ ਵੰਸੇ ਦੋਏ। ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਖੱਤਰੀ ਭਗਤਾ ਜਾਤੋ, ਇਹ ਗੁਰੂ ਕੇ ਸਿੱਖਾਂ ਦੇ ਨਾਮ ਹਨ। ਬੰਧਨ ਕਰ ਹਰ ਖੇਰੇ ਦੇ ਮਗਨ ਪ੍ਰੇਮ ਮੈ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਆਏ ਹੈ। ਆਣ ਕੇ ਗਰੀਬ ਨਿਵਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ। ਚਾਉ ਪਈ ਠਾਂਡੇ ਹੋਏ ਕੀਨ ਅਰਦਾਸ। ਉਪਰੰਤ ਹੱਥ ਜੋੜ ਕੇ ਸਾਹਿਬਾਂ ਦੇ ਚਰਨਾਂ ਵਿੱਚ ਖਲੋ ਕੇ ਬੇਨਤੀ ਕੀਤੀ। ਤੁਮਰੋ ਦਰਸ਼ਨ ਗਿਆਨ ਪ੍ਰਕਾਸ਼। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਵਿਦਿਆ ਬਿਖਾ ਨਿਪੁਨ ਜੋ ਨਰ ਹੈ। ਇਹ ਗਰੀਬ ਨਿਵਾਜ ਪਾਤਸ਼ਾਹ ਜਿਹੜੇ ਵਿਦਿਆ ਦੇ ਵਿੱਚ ਨਿਪੁੰਨ ਹਨ, ਬਹੁਤ ਵਿਦਵਾਨ ਲੋਕ ਹਨ, ਸਦਾ ਵਿਚਾਰ ਕਰਤ ਤੇ ਤਰ ਹੈ। ਤੇ ਉਹ ਸਦਾ ਹੀ ਵਿਚਾਰ ਕਰਦੇ ਰਹਿੰਦੇ ਇਹਨਾਂ ਵਿਚਾਰ ਗੱਲਾਂ ਦੀ, ਤੇ ਮਹਾਰਾਜ ਉਹ ਵਿਚਾਰ ਕਰਕੇ ਭਵ ਸਾਗਰ ਤੋਂ ਤਰ ਜਾਂਦੇ ਹਨ। ਹਮ ਕੋ ਵਿਦਿਆਹੀਨ ਪਛਾਨੋ। ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤਾਂ ਕੋਰੇ ਅਨਪੜ੍ਹ, ਸਾਨੂੰ ਆਉਂਦਾ ਹੀ ਕੱਖ ਨਹੀਂ ਹੈ। ਗਰੀਬ ਨਿਵਾਜ ਕਿਰਪਾ ਕਰੋ ਮਹਾਰਾਜ, ਮਿਹਰ ਕਰੋ, ਅਸੀਂ ਤਾਂ ਐਨ ਅਣਜਾਣ ਹਾਂ ਹਰ ਪਾਸੇ ਤੋਂ। ਜਿਉ ਉਧਾਰ ਹਵੈ ਤਿਉ ਸੋ ਬਖਾਨੋ। ਅਸੀਂ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਆਏ ਹਾਂ, ਕੋਈ ਵਿਦਿਆ ਧਾਰੀ ਨਹੀਂ ਹਾਂ, ਤੇ ਅਸੀਂ ਤਾਂ ਮਹਾਰਾਜ ਇਹ ਜਾਣਦੇ ਹਾਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਤੇ ਮਹਾਰਾਜ ਅਨਪੜ੍ਹ ਹਾਂ, ਪੜ੍ਹੇ ਲਿਖੇ ਤੇ ਵਿਚਾਰ ਕਰਕੇ ਤਰ ਜਾਂਦੇ ਹੈ। ਸਾਨੂੰ ਇਹੀ ਜੀ ਸਮਤ ਦੇਵੋ ਜਿਹਦੇ ਨਾਲ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਈਏ। ਸੁਨ ਕੈ ਬੋਲੇ ਸ਼ੇਰੇ ਗੌਰ ਤਬਹੇ। ਇਹ ਗੁਰਸਿੱਖਾਂ ਦੀ ਬੇਨਤੀ ਨੂੰ ਸੁਣਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਨ ਮੁਖ ਕਰਮ ਤਜਹੁ ਜੇ ਸਭੇ। ਇਹ ਭਾਈ ਗੁਰੂ ਕੇ ਪਿਆਰਿਓ, ਜਿਹੜੇ ਮਨਮੁਖਾਂ ਵਾਲੇ ਕਰਮ ਨੇ ਉਹ ਤਿਆਗਣਾ ਕਰੋ। ਤਬ ਹੋਵਹਿ ਕਲਿਆਣ ਤੁਮਾਰਾ। ਜੇ ਮਨਮੁਖਾਂ ਵਾਲੇ ਕਰਮ ਤਿਆਗ ਦੇਵੋਗੇ ਨਾ ਤੇ ਤੁਹਾਨੂੰ ਕਲਿਆਣ ਪ੍ਰਾਪਤੀ ਹੋਵੇਗੀ, ਮਾਂ ਮੁਕਤੀ ਦੀਆਂ ਦਾਤਾਂ ਮਿਲਣਗੀਆਂ। ਬਾਹਰ ਨਾ ਪਾਵੋਗੇ ਸੰਸਾਰਾ। ਫਿਰ ਤੁਹਾਨੂੰ ਮਾਤ ਲੋਕ ਤੇ ਜਨਮ ਨਹੀਂ ਆਣ ਕੇ ਧਾਰਨਾ ਪਵੇਗਾ। ਪ੍ਰਸ਼ਨ ਕੇਨ ਤੇਨ ਦੁਆ ਕਾਰ ਜੋਰਾ। ਇਹਨਾਂ ਗੁਰਸਿੱਖਾਂ ਨੇ ਦੋਨੋਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਜ਼ ਕੀਤੀ। ਮਨ ਮੁਖ ਕਰਮ ਕਹਾਓ ਜੋ ਛੋਰਾ। ਇਹ ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਤਾਂ ਪਹਿਲਾਂ ਹੀ ਅਰਜ਼ ਕੀਤੀ, ਅਸੀਂ ਅਨਪੜ੍ਹ ਹਾਂ, ਸਾਨੂੰ ਆਉਂਦਾ ਹੀ ਕੱਖ ਨਹੀਂ। ਤੇ ਮਹਾਰਾਜ ਉਹ ਮਨਮੁਖਾਂ ਵਾਲੇ ਕਰਮ ਕਿਹੜੇ ਹਨ ਉਹ ਕਿਰਪਾ ਕਰਕੇ ਸਾਨੂੰ ਦੱਸ ਦੇਵੋ, ਤਾਂ ਕਿ ਅਸੀਂ ਉਹਨਾਂ ਕਰਮਾਂ ਨੂੰ ਤਿਆਗ ਦਈਏ, ਛੱਡ ਦਈਏ। ਤਬ ਸ਼ੇਰੇ ਗੌਰ ਸਗਰੇ ਬੇਧ ਬਰਨੀ। ਤਾਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਮਨਮੁਖਾਂ ਵਾਲੇ ਕਰਮ ਇਹਨਾਂ ਗੁਰਸਿੱਖਾਂ ਨੂੰ ਦੱਸਦੇ ਹਨ। ਰਿਦੇ ਈਰਖਾ ਸਭ ਸੋ ਕਰਨੀ। ਇਹ ਮਨਮੁਖਾਂ ਦੀਆਂ ਨਿਸ਼ਾਨੀਆਂ, ਆਪਣੇ ਹਿਰਦੇ ਦੇ ਵਿੱਚ ਸਾਰਿਆਂ ਵਾਸਤੇ ਈਰਖਾ ਹੀ ਭਰੀ ਰੱਖਣੀ। ਜਗਤ ਪਦਾਰਥ ਸੁਖ ਜੇ ਸਾਰੇ। ਇਹ ਸੰਸਾਰ ਦੇ ਪਦਾਰਥ ਜਿੰਨੇ ਵੀ ਹਨ, ਸੰਸਾਰ ਦੇ ਸੁਖ ਦੇਣ ਵਾਲੀਆਂ ਜੋ ਵਸਤੂਆਂ ਹਨ, ਖਾਣ ਪੀਣ ਪਹਿਨਣ ਆਦਿਕ ਦੇ, ਗੱਡੀਆਂ ਮੋਟਰਾਂ ਕਾਰਾਂ ਆਦਿਕ ਦੇ, ਕੋਠੀਆਂ ਆਦਿਕ ਦੇ ਜੋ ਸਾਧਨ ਹਨ, ਸਭ ਕੇ ਮਿਟ ਕਰ ਹੋਏ ਹਮਾਰੇ। ਈਰਖਾ ਕਰਨੀ, ਕਹਿਣਾ ਹੇ ਰੱਬਾ ਇਹਨਾਂ ਕੋਲ ਖੇ ਨਾ ਰਹਿ ਜਾਵੇ, ਆ ਜੋ ਕੁਛ ਸਾਰਾ ਹੀ ਸਾਨੂੰ ਮਿਲ ਜਾਵੇ। ਸਭ ਦੁਨੀਆ ਦਾ ਧਨ ਦੌਲਤ, ਮਕਾਨ, ਇੱਜ਼ਤ ਮਾਣ,
ਕੋਠੀਆਂ ਕਾਰਾਂ, ਇਹ ਸਾਰੇ ਮਾਲਕ ਅਸੀਂ ਬਣ ਜਾਈਏ, ਇਹ ਜੀ ਈਰਸ਼ਾ ਮਨ ਵਿੱਚ ਵਸਾ ਕੇ ਰੱਖਣੀ। ਸਾਧਨ ਬੇਭੂਤ ਆਪਰ ਕੋ ਦੇਖੇ, ਤੇ ਬਾਕੀ ਕਿਸੇ ਦਾ ਕੋਈ ਘਰ ਚੰਗਾ ਵੇਖ ਲਿਆ, ਕੋਈ ਧਨ ਦੌਲਤ ਦੇਖ ਲਿਆ, ਪੀਰਾ ਪਾਵਹਿ ਹਿਰਦੇ ਵਿਸ਼ੇਖੇ। ਤੇ ਉਹ ਪ੍ਰਾਪਤ ਨਹੀਂ ਹੁੰਦਾ, ਪਰ ਉਹਨੂੰ ਵੇਖ ਕੇ ਢਿੱਡ ਦੇ ਵਿੱਚ ਬਰੂਲੇ ਉੱਠਣੇ ਵੀ ਇਹਦੇ ਕੋਲ ਕਿਉਂ ਚਲੇ ਗਿਆ, ਤਾਂ ਮੇਰਾ ਹੋਣਾ ਚਾਹੀਦਾ ਸੀਗਾ। ਸਰਬ ਨਰਨ ਕੋ ਸ਼ਤਰੂ ਜਾਣਹਿ, ਅਤੇ ਜਿੰਨੇ ਵੀ ਲੋਕ ਭਲੇ ਹਨ ਸਾਰਿਆਂ ਨੂੰ ਆਪਣੇ ਦੁਸ਼ਮਣ ਹੀ ਸਮਝਣਾ। ਸੰਗ ਨਾ ਕਿਸੇ ਭਲਾਈ ਠਾਨਹਿ, ਤੇ ਆਪਣੇ ਦੁਸ਼ਮਣ ਸਮਝ ਕੇ ਕਿਸੇ ਦੇ ਨਾਲ ਭਲਾਈ ਨਹੀਂ ਕਰਨੀ, ਹਰ ਇੱਕ ਦੇ ਨਾਲ ਬੁਰਾਈ ਕਰਨੀ। ਦੋਹਰਾ ਏਕ ਮਨ ਮੁਖ ਕੋ ਕਰਮ ਇਹ, ਤਿਆਗ ਉਰਤੇ ਸੋਏ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰ ਸਿੱਖੋ, ਆ ਜੋ ਕੁਛ ਅਸਾਂ ਦੱਸਿਆ ਹੈ ਨਾ, ਇਹ ਸਾਰੇ ਮਨਮੁਖਾਂ ਵਾਲੇ ਕਰਮ ਹਨ, ਇਹ ਕਰਮ ਕਦੀ ਭੁੱਲ ਕੇ ਨਹੀਂ ਕਰਨਾ ਹੈ। ਦੂਸਰ ਹਉ ਮੈਂ ਮਨ ਕਰੈ, ਸਭ ਸੋ ਨਿਰਦਇ ਹੋਏ। ਤੇ ਦੂਸਰਾ ਮਨਮੁਖਾਂ ਵਾਲਾ ਕਰਮ ਕਿਹੜਾ ਹੈ? ਈਰਖਾ ਦੇ ਵਿੱਚ ਤੇ ਹੰਕਾਰ ਦੇ ਵਿੱਚ ਪੈ ਰਹਿਣਾ, ਆਪ ਦੇ ਪਾਸ ਜੋ ਵਸਤੂਆਂ ਨੇ ਉਹਨਾਂ ਦੀ ਨਮਾਇਸ਼ ਕਰਨੀ ਤੇ ਹੰਕਾਰ ਕਰਨਾ ਵੀ ਆ ਜੋ ਮੇਰੇ ਪਾਸ ਹੈ, ਕਿਸੇ ਪਾਸ ਇਹ ਚੀਜ਼ ਹੈ ਹੀ ਨਹੀਂ, ਕੇਵਲ ਮੇਰੇ ਪਾਸ ਹੀ ਹੈ, ਇਹ ਜੀ ਹਉਮੈ ਕਰਨੀ। ਚਾਉ ਪਈ ਜੇ ਨਿਜ ਤੇ ਘਟ ਦੇਖਾਂ ਤੇ, ਐਸੇ ਲੋਕ ਆਪ ਐਸ਼ੋ ਇਸ਼ਰਤ ਦਾ ਸਮਾਨ ਭਰਿਆ ਪਿਆ, ਕੋਈ ਕਮੀ ਨਹੀਂ ਹੈ, ਪਰ ਕਈ ਗਰੀਬ ਲੋਕ ਵੀ ਹਨ ਦੁਨੀਆ ਦੇ ਵਿੱਚ, ਉਹਨਾਂ ਗਰੀਬਾਂ ਨੂੰ ਦੇਖ ਕੇ ਤੇਹ ਕੋ ਮਤ ਨ ਕੈਸੇ ਦੇਈ, ਤੇ ਉਹਨਾਂ ਨੂੰ ਮਤ ਨਹੀਂ ਦੇਣੀ। ਉਹ ਤੇ ਭ੍ਰਿਸ਼ਟੇ ਹੋਏ ਨੇਗੇ, ਸਾਡੇ ਕੋਲ ਨਾ ਆ ਜਾਣ, ਗੰਦ ਪਾਉਣਗੇ, ਇਹ ਜਿਹਾ ਜਾਣੀ ਦੁਬਿਧਾ ਦੇ ਵਿੱਚ ਪੈ ਕੇ, ਈਰਖਾ ਦੇ ਵਿੱਚ ਪੈ ਕੇ ਇਹ ਜਿਹਾ ਸੁਭਾਅ ਰੱਖਣਾ। ਹਾਸੇ ਕਰੈ ਧਰੈ ਹੰਕਾਰਾ, ਉਲਟਾ ਹੰਕਾਰ ਦੇ ਵਿੱਚ ਆ ਕੇ ਤੇ ਉਹਨਾਂ ਨੂੰ ਮਜ਼ਾਕਾਂ ਕਰਨੀਆਂ, ਮਖੌਲ ਉਡਾਉਣਾ ਗਰੀਬਾਂ ਦਾ। ਤਾਈਓ ਤੇ ਭਗਤ ਕਬੀਰ ਸਾਹਿਬ ਜੀ ਨੇ ਇਹ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ, ਕਬੀਰ ਗਰਵ ਨਾ ਕੀਜੀਏ ਰੰਕ ਨਾ ਹਸੀਏ ਕੋਏ, ਅਜੋ ਸੋ ਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਗਰੀਬ ਨੂੰ ਵੇਖ ਕੇ ਮਜ਼ਾਕ ਨਹੀਂ ਕਰਨੀ ਚਾਹੀਦੀ, ਗਰੀਬ ਨੂੰ ਦੇਖ ਕੇ ਮਸਕਰੀਆਂ ਨਹੀਂ ਕਰਨੀਆਂ ਚਾਹੀਦੀਆਂ, ਹੰਕਾਰ ਵਿੱਚ ਆ ਕੇ ਟਿਚਰਾਂ ਨਹੀਂ ਕਰਨੀਆਂ ਚਾਹੀਦੀਆਂ। ਭਗਤ ਜੀ ਕਹਿੰਦੇ ਉਹ ਅਜੇ ਤੇ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਸਰੀਰ ਰੂਪ ਤੇਰੀ ਬੇੜੀ ਡੋਲੇ ਹੀ ਖਾਂਦੀ ਫਿਰਦੀ, ਪਤਾ ਨਹੀਂ ਕਿੱਥੇ ਮੁੱਧੀ ਹੋ ਜਾਣਾ ਨੇ ਜਾ ਕੇ। ਸ਼ਰਮ ਕਰ, ਗਰੀਬਾਂ ਤੇ ਮਸਕਰੀਆਂ ਨਾ ਕਰਿਆ ਕਰ। ਇਹੋ ਨਹਿ ਸਮ ਮਮ ਬੋਧ ਉਦਾਰਾ, ਤੇ ਨਾਲ ਬੁੱਧੀ ਇਹ ਜੀ ਰੱਖਣੀ, ਇਹ ਤੇ ਸਾਡੇ ਬਰਾਬਰ ਕੁਝ ਵੀ ਨਹੀਂ, ਇਹ ਤੇ ਮੱਛਰ ਹੈਗੇ, ਅਸੀਂ ਪਹਾੜ ਹੈਗੇ ਆ, ਇਹੋ ਜਿਹੀਆਂ ਹਉਮੈ ਦੇ ਬਾਚਨ ਕਰਨੇ। ਪੁਨ ਤੇਜੇ ਨਿੰਦਾ ਪਹਿਚਾਨ, ਤੀਜਾ ਮਹਾਰਾਜ ਕਹਿੰਦੇ ਭਾਈ ਖੋਟੇ ਕਰਮਾਂ ਵਿੱਚ ਨਿੰਦਿਆ ਹੈ, ਨਿੰਦਿਆ ਨਹੀਂ ਕਿਸੇ ਦੀ ਕਰਨੀ। ਤਿਆਗ ਦੀਜੀਏ ਕਬ ਨਾ ਬਖਾਨ, ਇਹ ਕਦੀ ਵੀ ਨਹੀਂ ਕਰਨਾ। ਨਿੰਦਿਆ ਵਾਲਾ ਕਾਰਜ, ਕਿਸੇ ਦੀ ਨਿੰਦਿਆ ਕਰਨ ਵਾਲਾ ਕਰਮ ਕਦੀ ਨਹੀਂ, ਭੁੱਲ ਕੇ ਵੀ ਨਹੀਂ ਕਰਨਾ ਹੈ। ਜੋ ਵਿਸ਼ੇਖ ਆਪਣੇ ਤੇ ਹੋਏ, ਜੇ ਕੋਈ ਆਪਣੇ ਤੋਂ ਵੱਡਾ ਹੋਵੇ ਤੇ ਕਿ ਉਸਤਤ ਕਰ ਹਾ ਕੋਏ, ਉਹਦੀ ਤੇ ਹਰ ਕੋਈ ਉਸਤਤ ਕਰਦਾ ਹੈ, ਵੱਡੀ ਪਦਵੀ ਤੇ ਹੈ, ਮਾਇਆ ਧਾਰੀ ਹੈ, ਵੱਡੇ ਅਹੁਦੇ ਦਾ ਹੈ ਆਦਿਕ, ਤੇ ਉਹਦੀ ਤੇ ਹਰ ਕੋਈ ਸੋਭਾ ਕਰਦਾ ਵੀ ਤਗੜਾ ਹੈ, ਉਹ ਤੇ ਮਾਇਆ ਵਾਲਾ ਹੈ, ਅਹੁਦਾ ਪਦਵੀ ਹੈ ਉਹਦੇ ਪਾਸ, ਜੋ ਚਾਹੇ ਕਰ ਸਕਦਾ, ਉਹਦੀ ਹਰ ਕੋਈ ਸਿਫਤ ਕਰਦਾ ਹੈ। ਦੋਹਰਾ ਸੁਨ ਕਰ ਨਹੀਂ ਸਹਾਰਨੇ, ਜਰ ਬਾਰ ਤਿਹ ਤੇ ਜਾਏ, ਪਰ ਚੰਗੇ ਬੰਦੇ ਦੀ ਸਿਫਤ ਸੁਣ ਕੇ ਸਹਾਰੀ ਨਾ ਜਾਣੀ, ਉਲਟਾ ਜਲ ਬਲ ਕੇ ਕੋਲੇ ਹੋ ਜਾਣਾ। ਦੇਖਿਓ ਸੋ ਮੇਰੋ ਹੈ, ਇਸ ਵਿਦ ਨਿੰਦ ਅਲਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜਿਹੜੇ ਹੰਕਾਰੀ ਪੁਰਸ਼ ਨੇ ਨਾ, ਚੰਗੇ ਭਲੇ ਮਾਨਸਾਂ ਦੀ ਤੇ ਉਹ ਸੋਭਾ ਸੁਣ ਕੇ ਅੱਗ ਲੱਗ ਜਾਂਦੀ ਉਹਨਾਂ ਨੂੰ। ਕਹਿੰਦਾ ਮੈਂ ਵੇਖਿਆ ਫਲਾਨਾ ਜਿੱਡਾ ਕੁ ਹੈਗਾ, ਮੈਂ ਜਾਣਦਾ, ਦੇ ਓਤੜੇ ਪੋਤੜੇ ਸਾਰੇ ਹੀ ਜਾਣਦਾ,
ਇਹੋ ਜਿਹੀਆਂ ਗੱਲਾਂ ਕਰਦੇ ਹਨ ਹੰਕਾਰੀ ਲੋਕ, ਨਿੰਦਕ ਲੋਕ, ਚੰਗੇ ਬੰਦਿਆਂ ਵਾਸਤੇ। ਚੌਪਈ ਸਾਮ ਸੋ ਗਰਭ ਅਸੂਇਆ ਧਰਹਿ। ਇਸ ਤਰ੍ਹਾਂ ਮਹਾਰਾਜ ਕਹਿੰਦੇ ਹੰਕਾਰ ਕਰਨਾ, ਈਰਖਾ ਕਰਨੀ, ਉਹ ਨਰ ਕਿਆ ਹਾਂ ਗੁਣ ਭਰਪੁਰ ਤੇ ਹੈ। ਮਹਾਰਾਜ ਕਹਿਣ ਲੱਗੇ ਜਿਹੜਾ ਨਿੰਦਕ ਹੈ ਤੇ ਹੰਕਾਰੀ ਹੈ ਤੇ ਈਰਸ਼ਾ ਕਰਦਾ ਹੈ, ਉਹ ਕਿਸੇ ਦੇ ਉੱਤੇ ਕੀ ਪਰਉਪਕਾਰ ਕਰ ਸਕਦਾ? ਕਦੀ ਨਹੀਂ ਕਰ ਸਕਦਾ। ਨਿੰਦਿਆ ਕਰਨ ਵਾਲਾ, ਹੰਕਾਰ ਕਰਨ ਵਾਲਾ, ਈਰਸ਼ਾ ਰੱਖਣ ਵਾਲਾ, ਉਹ ਕਿਸੇ ਦਾ ਭਲਾ ਕਦੀ ਸੋਚ ਵੀ ਨਹੀਂ ਸਕਦਾ। ਭਲਾ ਤਾਂ ਉਹਨੇ ਕਰਨਾ ਹੀ ਕੀ ਹੈ। ਚੌਥੇ ਹਠ ਬਿਰਤੇ ਆਸ ਜੋਏ। ਚੌਥੇ ਮਹਾਰਾਜ ਕਹਿੰਦੇ ਜਿਹੜੇ ਹਠ ਜਿੱਦ ਵਾਲੀ ਬਿਰਤੀ ਨੂੰ ਧਾਰਨ ਕਰਨ ਵਾਲਾ ਹੈ। ਦੇ ਉਪਦੇਸ਼ ਨਾ ਮੰਨੇ ਕੋਏ। ਜੇ ਕਿਸੇ ਨੂੰ ਆਪਾਂ ਉਪਦੇਸ਼ ਦਿੰਦੇ ਆ, ਭਾਈ ਆ ਕਰਮ ਚੰਗਾ ਨਹੀਂ ਹੈ, ਤੂੰ ਕਰਨਾ ਤਿਆਗ ਦੇ, ਪਰ ਉਹ ਅੱਗੋਂ ਮੰਨਦਾ ਨਹੀਂ ਹੈ, ਤਦਬ ਹਠ ਕਰ ਕਰ ਪੁਨ ਕਹੇ। ਤੇ ਫਿਰ ਜਿੱਦ ਕਰਕੇ ਉਹਨੂੰ ਵਾਰ-ਵਾਰ ਜੋ ਕਹੀ ਜਾਣਾ। ਚਤੁਰ ਕਰਮ ਮਨਮੁਖ ਕੇ ਆਹੇ। ਇਹ ਵੀ ਮਨਮੁਖਾਂ ਦੇ ਕਰਮ ਹਨ। ਜਿਹੜਾ ਡੰਡੇ ਨਾਲ ਕਿਸੇ ਨੂੰ ਮਨਾਉਣਾ, ਪਿਆਰ ਨਾਲ ਕੋ ਮੰਨਦਾ ਮੰਨੇ, ਜਿੱਦ ਵਿੱਚ ਆ ਕੇ ਡੰਡੇ ਨਾਲ ਮਨਾਉਣਾ, ਇਹ ਵੀ ਮਨਮੁਖਾਂ ਦੇ ਕਰਮ। ਮਹਾਰਾਜ ਕਹਿੰਦੇ ਧੱਕੇ ਨਾਲ ਕਿਸੇ ਨੂੰ ਨਹੀਂ ਮਨਾਉਣਾ ਚਾਹੀਦਾ। ਸੰਗਤ ਜੀ, ਜਿਹੜਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਸਿੱਖੀ ਨੂੰ ਧਾਰਨ ਕਰਦਾ, ਉਹ ਪੀੜ੍ਹੀਆਂ ਤੱਕ ਸਿੱਖੀ ਰੱਖਦਾ। ਜਿਹੜੇ ਡੰਡੇ ਨਾਲ ਧੱਕੇ ਧਕਾਈ ਦੇ ਸਿੱਖੀ ਦੇ ਵਿੱਚ ਪੈਰ ਤੇ ਰੱਖ ਲੈਂਦੇ ਆ, ਥੋੜ੍ਹੇ ਦਿਨਾਂ ਤੋਂ ਬਾਅਦ ਉਹ ਪੈਰ ਉੱਠ ਸ਼ੁਭਾ ਹੁੰਦਾ, ਚੱਲ ਕੇ ਡਿੱਗ ਪੈਂਦੇ ਆ। ਗਾਂ ਪੋਤਰਿਆਂ ਪੜੋਤਰਿਆਂ ਨੇ ਤੇ ਕੀ ਨਿਭਾਉਣੀ ਸਿੱਖੀ, ਆਪ ਹੀ 10-15 ਦਿਨੀ ਮੂਧੇ ਮੂੰਹ ਪਏ ਹੁੰਦੇ ਆ। ਜਦ ਜਿੰਨਾ ਚਿਰ ਆਪਣਾ ਮਨ ਨਾ ਮੰਨੇ, ਹਿਰਦਾ ਨਾ ਮੰਨੇ, ਮਨ ਮਾਨਿਆ ਤਾਂ ਉਹ ਹਰ ਜਾਣਿਆ। ਜੇ ਮਨ ਮੰਨ ਜਾਵੇ ਤੇ ਤਾਂ ਤੇ ਪੀੜ੍ਹੀਆਂ ਤੱਕ ਸਿੱਖੀ, ਨਾ ਮੰਨੇ ਤੇ ਫਿਰ ਸਾਧ ਸੰਗਤ ਜੀ ਧੱਕੇ ਦੀ ਸਿੱਖੀ ਕੋਈ ਨਹੀਂ। ਮੈਂ ਕਈ ਵਾਰ ਵੇਖਿਆ ਧੱਕੇ ਨਾਲ ਹੀ ਗਿਣਤੀ ਪੂਰੀ ਕਰਨ ਨੂੰ, ਇੰਨਿਆਂ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਕਿੱਥੇ ਗਏ? ਇੰਨੇ ਪ੍ਰਾਣੀ ਤੇ ਸਾਰੇ ਸਿੱਖ ਨਹੀਂ ਹੋਣੇ ਜਿਨ੍ਹਾਂ ਨੂੰ ਬਾਰ-ਬਾਰ ਹੀ ਛਕਾਈ ਜਾਂਦੇ ਆ। ਇਸ ਵਾਸਤੇ ਮਹਾਰਾਜ ਕਹਿੰਦੇ ਉਹ ਵੀ ਮਨਮੁਖ ਆ ਜਿਹੜਾ ਧੱਕੇ ਦੇ ਨਾਲ ਇਹੋ ਜਿਹੇ ਕਰਮ ਕਰਦੇ ਹਨ। ਤੈਨ ਕੋ ਤਿਆਗ ਕਰਹੁ ਤੁਮ ਐਸੇ। ਇਸ ਵਾਸਤੇ ਧੱਕਾ ਕਰਨ ਵਾਲਿਆਂ ਦਾ ਤਿਆਗ ਕਰੋ, ਧੱਕੇ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ, ਜਿਹੜਾ ਡੰਡੇ ਦੇ ਨਾਲ ਕੰਮ ਕਰਵਾਉਂਦੇ ਆ। ਸਿਸਰ ਬਿਖੈ ਤਰੁ ਪਤਰਨ ਜੈਸੇ। ਉਹਨਾਂ ਦੀ ਹਾਲਤ ਕੀ ਹੁੰਦੀ? ਮਹਾਰਾਜ ਕਹਿੰਦੇ ਇਕੱਲੇ ਹੀ ਰਹਿ ਜਾਂਦੇ ਫਿਰ ਧੱਕੇ ਵਾਲੇ। ਸਿਆਲਾਂ ਦੀ ਰੁੱਤ ਹੁੰਦੀ ਹੈ, ਪਤਝੜ ਦਾ ਮੌਸਮ ਆਉਂਦਾ ਹੈ, ਤੇ ਉਹ ਮਹਾਰਾਜ ਕਹਿੰਦੇ ਧੱਕੇ ਵਾਲੇ ਫਿਰ ਇਕੱਲੇ ਐਂ ਰਹਿ ਜਾਂਦੇ ਆ ਜਿਵੇਂ ਨਾ ਪਤਝੜ ਦੇ ਵਿੱਚ ਪੱਤਿਆਂ ਤੋਂ ਬਿਨਾਂ ਰੁੱਖ ਖਲੋਤਾ ਹੁੰਦਾ, ਨਾਲ ਕੋਈ ਵੀ ਨਹੀਂ। ਖੇਡ ਪਿਆਰ ਦੀ ਹੈ ਸਾਧ ਸੰਗਤ ਜੀ। ਸਾਜ ਕਹੋ ਸੁਣ ਲਿਓ, ਸਭੇ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਡੰਡੇ ਦੇ ਨਾਲ ਜਿਹੜਾ ਨਾ ਉਹ ਪ੍ਰਭੂ ਨਹੀਂ ਮਿਲਦਾ। ਸ਼ਿਓ ਗਿਆ ਕੋਈ ਨਹੀਂ ਪਾਣੀ ਪੀਂਦਾ। ਜਦ ਤੇਹ ਲੱਗੀ ਹੁੰਦੀ ਨਾ, ਆਪਣੇ ਆਪ ਹੀ ਪਾਣੀ ਵੱਲ ਨੂੰ ਜੀਵ ਭੱਜੇ ਫਿਰਦੇ ਆ, ਚਾਹੇ ਪਸ਼ੂ ਹੋਣ, ਪੰਛੀ ਹੋਣ, ਮਨੁੱਖ ਹੋਣ, ਸਾਰੇ ਜਦ ਪਾਣੀ ਦੀ ਤੇਹ ਲੱਗਦੀ ਆ ਨਾ, ਭੱਜੇ ਹੀ ਫਿਰਦੇ। ਆ ਪਿੱਛੇ ਜੇ ਕਨੇ ਕੈਸਟ ਕੱਢਦੀ, ਬਾਜਾਂ ਵਾਲਾ ਬਾਜਾਂ ਮਾਰਦਾ, ਜਿਹਨੂੰ ਬਾਜੇ ਵਾਲੇ ਦਾ ਪਿਆਰ ਆ ਉਹ ਤੇ ਡਿੰਗਦਾ ਅੜੰਬਦਾ ਆਉਂਦਾ ਵਾ ਵੀ ਮੈਂ ਬਾਜਾਂ ਵਾਲੇ ਦੇ। ਬਾਜਾਂ ਵਾਲਾ ਥੋੜ੍ਹਾ ਕਹਿੰਦਾ ਵੀ ਆਓ, ਬਾਜਾਂ ਵਾਲਾ ਪਿਆਰ ਕਰਦਾ ਹੈ। ਬਾਜਾਂ ਵਾਲਾ ਇਹ ਜੋ ਕਿਸੇ ਦੇ ਮਨ ਆਉਂਦਾ ਉਹੀ ਕਹੀ ਜਾਂਦੇ। ਮਹਾਰਾਜ ਕਹਿੰਦੇ ਗਲਤ ਹੈਗੇ ਇਹ ਬਚਨ ਕਰਨੇ। ਇੱਥੇ ਪਿਆਰ ਦੀ ਖੇਡ, ਡੰਡੇ ਦੀ ਖੇਡ ਨਹੀਂ ਹੈ। ਦੋਹਰਾ ਸਿਖਨ ਕੋ ਗੁਰਦੇਵ ਸਮ ਜਾਣੈ ਮਨ ਕਰ ਨੇਵ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰ ਸਿੱਖੋ, ਇੰਨੀ ਨਿਮਰਤਾ ਮਨ ਵਿੱਚ ਹੋਣੀ ਚਾਹੀਦੀ ਹੈ। ਜਿਹੜੇ ਗੁਰੂ ਕੇ ਸਿੱਖ ਹਨ ਨਾ, ਉਹਨਾਂ ਨੂੰ ਵੀ ਗੁਰੂ ਸਮਾਨ ਪੂਜਣਾ, ਮੰਨਣਾ, ਗੁਰੂ ਕੇ ਸਿੱਖਾਂ ਨੂੰ ਗੁਰੂ ਵਾਂਗੂ ਸਮਝਣਾ। ਧਰਮ ਕੀਰਤ ਕਰ ਜਗਤ ਮਹਿ ਖਾਵੇ ਵੰਡ ਸਦੇਵ। ਅਤੇ ਧਰਮ ਦੀ ਕਿਰਤ ਕਰਨੀ ਤੇ ਸਦਾ ਵੰਡ ਕੇ ਛਕਣਾ, ਕੱਲਿਆਂ ਨਹੀਂ ਬਹਿ ਕੇ ਛਕਣਾ। ਇਹ ਸਾਧ ਸੰਗਤ ਜੀ, ਜਿਹੜਾ ਵੰਡ ਕੇ ਛਕਣਾ ਹੈ ਨਾ, ਇਹਦੇ ਵਿੱਚ ਬਰਕਤ ਹੈ ਬਾਹਲੀ ਜ਼ਿਆਦੀ। ਬਾਹਰ ਦੀਆਂ ਸਾਖੀਆਂ ਕੀ, ਮਹਾਰਾਜ ਨੇ ਸਾਨੂੰ ਹੁਕਮ ਹੀ ਕੀਤਾ ਹੈ ਵੰਡ ਕੇ ਛਕਣ ਦੀ।
ਸੋ ਵੰਡ ਕੇ ਛਕਣ ਨਾਲ ਬਰਕਤ ਪੈਂਦੀ ਹੈ। ਲੋਕੇ ਛਿਪ ਕੇ ਚੋਰੀ ਨਹੀਂ ਖਾਣਾ ਤੇ ਕਿਰਤ ਧਰਮ ਦੀ ਕਰਨੀ, ਪਾਪ ਦੀ ਕਿਰਤ ਨਹੀਂ ਕਰਨੀ ਹੈ। ਅਸ ਉਪਦੇਸ਼ ਗੁਰੂ ਕੋ ਸੁਨ ਕੈ। ਇਹ ਉਪਦੇਸ਼ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤਾ ਤੇ ਗੁਰੂ ਕੇ ਸਿੱਖਾਂ ਨੇ ਸੁਣਿਆ। ਮੰਨਿਓ ਮਨ ਕੀਨੋ ਸ਼ੁਭ ਗੁਣ ਕੈ। ਅਤੇ ਜੋ ਸਤਿਗੁਰਾਂ ਨੇ ਹੁਕਮ ਕੀਤਾ ਉਸ ਹੁਕਮ ਨੂੰ ਮੰਨਿਆ। ਮਹਾਰਾਜ ਕਹਿੰਦੇ ਮੰਨੇ ਕੀ ਕਦ ਕਹੀ ਨਾ ਜਾਏ, ਜੇ ਕੋਈ ਕਹੇ ਪਿਛੇ, ਜੇ ਕੋਈ ਅੱਗੋਂ ਮੋੜਦਾ ਤੇ ਫਿਰ ਉਹਨੂੰ ਪਛਤਾਤਾਪ ਹੀ ਕਰਨਾ ਪੈਂਦਾ। ਗੱਲ ਮੰਨੇ ਦੀ ਹੈ। ਗੁਰੂ ਕਾ ਹੁਕਮ ਮੰਨਣ ਵਾਲੇ ਜਿਹੜੇ ਨੇਗੇ ਉਹ ਤਰ ਜਾਂਦੇ ਆ। ਇਹਨਾਂ ਗੁਰਸਿੱਖਾਂ ਨੇ ਗੁਰੂ ਕੇ ਹੁਕਮ ਨੂੰ ਮੰਨਿਆ, ਸਿਰ ਮੱਥੇ ਪ੍ਰਵਾਨ ਕੀਤਾ। ਬਰਤਨ ਲਗੇ ਜਗਤ ਮਹਿ ਐਸੇ। ਅਤੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਰਹਿੰਦਾ ਜੀਵਨ ਸੰਸਾਰ ਦੇ ਵਿੱਚ ਆਪਣਾ ਬਤੀਤ ਕਰਨ ਲੱਗੇ। ਕੇਵਲ ਹੋਵਹਿ ਪ੍ਰਾਪਤ ਜੈਸੇ। ਸੋ ਸਾਧ ਸੰਗਤ ਜੀ ਜੀਵਤ ਭਾਤ ਤੋਂ ਹੀ ਇਹਨਾਂ ਨੂੰ ਮੁਕਤੀ ਮਿਲ ਗਈ। ਮਰੇ ਤੋਂ ਗਤੀ ਕਿੰਨੇ ਦੇਖੀ? ਮਹਾਰਾਜ ਕਿਰਪਾ ਕਰਦੇ ਆ ਸਤਿਗੁਰੂ ਜੀ ਜੀਵਤ ਭਾਤ ਤੋਂ ਹੀ ਸਾਧ ਸੰਗਤ ਜੀ ਮਹਾਂ ਮੁਕਤੀ ਦੀਆਂ ਦਾਤਾਂ ਬੰਧਨਾਂ ਤੋਂ ਮੁਕਤ ਕਰ ਦਿੰਦੇ ਹਨ। ਛੇਹਾ ਗੱਜਣ ਦੋਨੋਂ ਭਾਈ। ਇਸ ਤਰ੍ਹਾਂ ਦੋ ਭਰਾ ਸੀ, ਇੱਕ ਭਾਈ ਸ਼ੀਹਾਂ ਸੀ ਤੇ ਇੱਕ ਭਾਈ ਗੱਜਣ ਸੀ। ਸੋ ਆਏ ਸਤਿਗੁਰ ਸ਼ਰਨ ਆਏ। ਇਹ ਦੋਵੇਂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਸ਼ਰਨ ਵਿੱਚ ਆਏ। ਦਰਸ਼ਨ ਦੇਖਿਓ ਸ਼੍ਰੀ ਸੁਖ ਕੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਣ ਕੇ ਦਰਸ਼ਨ ਕੀਤੇ ਹਨ। ਕਰੇ ਬੰਦਨਾ ਪਾਦ ਅਰਬਿੰਦਾ। ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ। ਦੋਹਰਾ ਕਰ ਜੋਰੇ ਠਾਂਡੇ ਪਏ ਆਸ ਕੀਨੀ ਅਰਦਾਸ। ਭਾਈ ਸ਼ੀਏ ਤੇ ਭਾਈ ਗੱਜਣ ਨੇ ਨਮਸਕਾਰ ਕਰਕੇ ਸਤਿਗੁਰਾਂ ਨੂੰ ਅਰਜ ਕੀਤੀ, ਕਹਿਣ ਲੱਗੇ ਚਤੁਰ ਪਦਾਰਥ ਦੇਹੋ ਪ੍ਰਭ ਜਨਮ ਮਾਰਨ ਕਟ ਫਾਸ। ਇਹ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ। ਇਹ ਚਾਰ ਮਹਾਂ ਪਦਾਰਥ ਜਿਹੜੇ ਮੰਨੇ ਗਏ ਧਰਮ ਅਰਥ ਕਾਮ ਮੋਖ, ਇੱਕ ਤੇ ਮਹਾਰਾਜ ਦੇਵੋ ਸਾਨੂੰ ਬਖਸ਼ਿਸ਼ ਕਰੋ। ਦੂਆ ਮਹਾਰਾਜ ਜੰਮਣ ਮਰਨ ਦੇ ਬੰਧਨ ਇਹ ਬੜੇ ਭਿਆਨਕ ਪਏ ਹੋਏ ਨੇਗੇ ਤੇ ਇਹਨਾਂ ਦੇ ਵਿੱਚੋਂ ਵੀ ਸਾਡੀ ਰੱਸੀ ਵੱਢ ਦੇਵੋ। ਬਾਰ-ਬਾਰ ਮਾਤ ਲੋਕ ਤੇ ਜਨਮ ਨਾ ਲੈਣਾ ਪਵੇ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗੱਜ, ਪਤਾ ਨਹੀਂ ਕਿੰਨੇ ਕੁ ਭੋਗੇ ਹੈ। ਕਹਾਂ ਮਹਾਰਾਜ ਭੋਗਣ ਤੋਂ ਬੜਾ ਡਰ ਲੱਗਦਾ ਹੈ। ਕਿਰਪਾ ਕਰੋ ਸਾਨੂੰ ਮੁਕਤੀ ਦੀ ਦਾਤ ਵੀ ਦੇ ਦੇ ਤਾਂ ਚਾਰ ਪਦਾਰਥ ਵੀ ਸਾਨੂੰ ਬਖਸ਼ ਦੇਵੋ ਜੀ। ਦੋਹਰਾ ਤੁਮਰੇ ਸਾਰਸ ਚਉਪਈ ਤੁਮਰੇ ਸਾਰਸ ਨ ਅਪਰ ਉਦਾਰਾ। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਬਰਾਬਰ ਦੂਆ ਹੋਰ ਕੋਈ ਨਹੀਂ ਹੈ। ਜੋ ਜਾ ਚਾਹੇ ਸੋ ਦੇਹੋ ਦਤਾਰਾ। ਗਰੀਬ ਨਵਾਜ ਪਾਤਸ਼ਾਹ ਜੋ ਵੀ ਅਸੀਂ ਮੰਗਦੇ ਸਵਾਬ ਦੇਣ ਵਾਸਤੇ ਸਮਰੱਥ ਹੋ ਜੀ। ਆਸਾ ਧਰ ਅਰਦਾਸ ਬਖਾਨੇ। ਅਸੀਂ ਮਹਾਰਾਜ ਵੱਡੀ ਆਸ ਲੈ ਕੇ ਤੁਹਾਡੇ ਚਰਨਾਂ ਵਿੱਚ ਆਏ ਆ, ਬੇਨਤੀ ਕੀਤੀ ਹੈ। ਪੂਰਨ ਕੀ ਜੈ ਸ਼ੇਰੇ ਗੁਣ ਖਾਨੇ। ਇਸ ਵਾਸਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਮਿਹਰ ਕਰੋ। ਧਰਮ ਅਰਥ ਕਾਮ ਮੋਖ ਦੇਵੋ ਤੇ ਮਹਾਰਾਜ ਮੋਕਸ਼ ਜਿਹੜੀ ਹੈ ਉਹ ਇੱਥੋਂ ਬੰਧਨ ਵੀ ਪਹਿਲਾਂ ਸਾਡੇ ਕੱਟੋ। ਜੂਨਾ ਤੋਂ ਤਾਂ ਦਿਓ ਪਰ ਆ ਬੰਧਨ ਜਿਹੜੇ ਸਾਨੂੰ ਪਏ ਹੋਏ ਆ, ਮੁੰਡਾ ਮੇਰਾ ਵਿਆਹ ਦੇ ਲੈ ਕੇ, ਮੇਰੇ ਬੱਚੇ ਦੇ ਬੱਚਾ ਨਹੀਂ ਹੁੰਦਾ, ਆ ਸਾਡੇ ਖਾਣ ਪੀਣ ਵਾਸਤੇ ਕਮੀ ਹੈ, ਪਹਿਨਣ ਵਾਸਤੇ ਵਸਤਰਾਂ ਦੀ ਕਮੀ ਹੈ, ਰਹਿਣ ਵਾਸਤੇ ਘਰ ਦੀ ਕਮੀ ਹੈ ਆਦਿਕ, ਇਹ ਬੰਧਨ ਮਹਾਰਾਜ ਸਾਨੂੰ ਪਏ ਹੋਏ, ਇਹਨਾਂ ਬੰਧਨਾਂ ਤੋਂ ਸਾਨੂੰ ਛਡਾਵੋ ਜੀ। ਸੁਨ ਕੈ ਸ਼ੇਰੇ ਗੁਰ ਗਿਰਾ ਅਲਾਏ। ਇਹ ਬਚਨ ਭਾਈ ਸ਼ੀਹੇ ਤੇ ਭਾਈ ਗੱਜਣ ਦੇ ਸੁਣੇ। ਦੋਵਾਂ ਭਾਈਆਂ ਦੇ ਸਤਿਗੁਰੂ ਕਹਿਣ ਲੱਗੇ ਲੋਚਨ ਕੋਰਨ ਕਰੁਣਾ ਛਾਏ। ਸੋ ਸੱਚੇ ਪਾਤਸ਼ਾਹ ਮਹਾਰਾਜ ਐਸੇ ਹਨ ਜਿਨ੍ਹਾਂ ਦੇ ਨੇਤਰਾਂ ਵਿੱਚ ਕਰੁਣਾ ਹੀ ਕਰੁਣਾ ਭਰੀ, ਦਇਆ ਹੀ ਦਇਆ। ਗਰੀਬ ਨਵਾਜ ਜਿੱਧਰ ਨੂੰ ਤੱਕਦੇ ਦਇਆ ਹੀ ਬਰਸਦੀ ਹੈ ਮਹਾਰਾਜ ਦੇ ਨੇਤਰਾਂ ਵਿੱਚੋਂ। ਸਿਮਰਹੁ ਵਾਹਿਗੁਰੂ ਲਿਵ ਲਾਏ। ਗਰੀਬ ਨਵਾਜ ਕਹਿਣ ਲੱਗੇ ਗੁਰ ਸਿੱਖੋ, ਭਾਈ ਸ਼ੀਆਂ ਤੇ ਭਾਈ ਗੱਜਣ ਧਰਮ ਅਰਥ ਕਾਮ ਮੋਖ ਚਾਹੁੰਦੇ ਹੋ ਨਾ, ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰੋ। ਦੇ ਪਦਾਰਥ ਸੋ ਤੁਮ ਤਾਈ। ਕਿਉਂਕਿ ਵਾਹਿਗੁਰੂ ਇਹ ਜਿਹਾ ਸ਼ਬਦ ਹੈ ਜਿਹਦੇ ਨਾਲ ਸਾਰੇ ਪਦਾਰਥਾਂ ਦੇ ਨਾਲ ਪਰਿਪੂਰਨ ਹੋ ਜਾਂਦਾ ਜੀਵ, ਕੋਈ ਕਮੀ ਨਹੀਂ ਰਹਿ ਜਾਂਦੀ ਹੈ। ਕਹਿ ਸੋ ਯਾਂ ਕੋ ਅਰਥ ਬਤਾਵੋ। ਇਸ ਵਾਸਤੇ ਕਹਿਣ ਲੱਗੇ ਮਹਾਰਾਜ ਤੁਸਾਂ ਵਾਹਿਗੁਰੂ ਮੰਤਰ ਜਪਣ ਦਾ ਤਾਂ ਹੁਕਮ ਕੀਤਾ ਹੈ, ਕਿਰਪਾ ਕਰੋ ਸਾਨੂੰ ਦੱਸੋ ਇਹ ਵਾਹਿਗੁਰੂ ਦੇ ਅਰਥ ਭਾਵ ਕੀ ਹਨ। ਦੇ ਉਪਦੇਸ਼ ਭਲੇ ਸਮਝਾਵੋ। ਅਤੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਉਪਦੇਸ਼ ਦੇ ਕੇ
ਚੰਗੀ ਤਰ੍ਹਾਂ ਸਮਝਾਉਣਾ ਕਰੋ ਵੀ ਇਹ ਵਾਹਿਗੁਰੂ ਦੇ ਭਾਵ ਅਰਥ ਕੀ ਹਨ ਸ਼ਬਦ ਦੇ। ਤਬ ਸ਼੍ਰੀ ਨਾਨਕ ਅਰਥ ਬਖਾਨਾ, ਤਾਂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ। ਜੇ ਸਿਮਰਹਿ ਸੇ ਨਰ ਮਤਵਾਨਾ, ਕਹਿਣ ਲੱਗੇ ਜਿਹੜੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ ਨਾ, ਵਾਹਿਗੁਰੂ ਸ਼ਬਦ ਨੂੰ ਜਪਦੇ ਆ, ਉਹ ਬੜੇ ਬੁੱਧੀ ਵਾਲੇ ਹੁੰਦੇ ਆ। ਤੇ ਜਦੋਂ ਸਿਮਰਨ ਕਰਨ ਲੱਗ ਦਿੰਦੇ, ਉਹਨਾਂ ਦੇ ਦੁਨਿਆਵੀ ਲੋਕਾਂ ਨਾਲੋਂ ਕਰੋੜਾਂ ਗੁਣਾ ਬੁੱਧੀ ਤੀਖਣ ਹੋ ਜਾਂਦੀ ਹੈ। ਵਾਹਿਗੁਰੂ ਦੇ ਬਹੁਤ ਅੱਗੇ ਵਿਚਾਰ ਥੋੜੇ ਲੰਬੇ ਹਨ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋਦਰ ਦੀ ਚੌਂਕੀ ਦਾ ਸਮਾਂ ਹੋ ਗਿਆ ਹੈ। ਇਸ ਵਾਸਤੇ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਗੁਰੂ ਸਮਰੱਥ ਹਨ, ਆਦਿ ਜਗਾਦੀ ਨੇ ਸਾਡੇ ਗੁਰੂ, ਔਰ ਇਸੇ ਤਰ੍ਹਾਂ ਦੁਨੀਆ ਨਾਸਵੰਤ ਹੈ, ਗੁਰੂ ਥਿਰ ਰਹਿਣ ਵਾਲੇ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਸਿੱਖ ਦੇ ਨਾਲ ਪਹਿਰੇ ਵਿੱਚ ਰਹਿੰਦੇ। ਜੇ ਗੁਰਾਂ ਦੇ ਬਚਨ ਨੂੰ ਕਮਾਵਾਂਗੇ ਨਾ, ਜਿਹੜੇ ਆਪਣੇ ਮਾਤਾ ਪਿਤਾ ਦਾ ਬਚਨ ਮੰਨਦੇ ਆ, ਮਾਂ ਪਿਓ ਨਾਲ ਬੱਚਿਆਂ ਤੇ ਜਾਨ ਵਾਰਦੇ ਆ। ਜੇ ਗੁਰੂ ਕੇ ਬਚਨ ਨੂੰ ਕਮਾਵਾਂਗੇ ਸੰਗਤ ਜੀ, ਕੋਈ ਕਮੀ ਨਹੀਂ ਰਹੂਗੀ। ਨਹੀਂ ਤੇ ਕਮਾ ਕੇ ਦੇਖ ਲਓ, ਕਿਉਂਕਿ ਗੁਰੂ ਬਾਣੀ ਦੇ ਵਿੱਚ ਜੋ ਸ਼ਬਦ ਮਹਾਰਾਜ ਨੇ ਬਚਨ ਕਿਰਪਾ ਕੀਤੀ ਹੈ, ਚੰਦ ਬਨਾਸੀ ਸੂਰ ਬਨਾਸੀ, ਇੱਕ ਸਾਧ ਬਚਨ ਅਟਲਾ ਦਾ ਅਟਲ ਬਚਨ ਨੇ ਗੁਰੂ ਕੇ ਜਿਹੜੇ ਉਚਾਰਨ ਕੀਤੇ ਹੋਏ। ਇਸ ਵਾਸਤੇ ਗੁਰੂ ਕਿਰਪਾ ਕਰਨ। ਵਾਹਿਗੁਰੂ ਮੰਤਰ ਸਾਰਿਆਂ ਤੋਂ ਸ੍ਰੇਸ਼ਟ ਮੰਤਰ ਹੈ ਗੁਰੂ ਦਾ। ਵਾਹਿਗੁਰੂ ਮੰਤਰ ਸਾਰੇ ਸੁੱਖਾਂ ਦਾ ਮੁੱਢ ਮੂਲ ਹੈ, ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। 36 ਯੁੱਗ ਦੀ ਤਪੱਸਿਆ ਕਰਕੇ ਇੱਕ ਇੱਕ ਅੱਖਰ ਦੀ ਦਾਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਾਤ ਲੋਕ ਤੇ ਸਾਨੂੰ ਲਿਆ ਕੇ ਦਿੱਤੀ, ਜਿਹਦੇ ਜਪਣੇ ਸੇ ਸਾਰੇ ਸੁੱਖਾਂ ਦੀ ਫਿਰ ਮਹਾਂ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ। ਸਤਿਗੁਰੂ ਕਿਰਪਾ ਕਰਨ। ਇਹ ਮਹਾਂ ਮੰਤਰ ਗੁਰ ਮੰਤਰ ਜਿਹੜਾ ਵਾਹਿਗੁਰੂ ਦਾ ਸਾਡੇ ਹਿਰਦੇ ਵਿੱਚ ਵਸੇ, ਸਾਡਾ ਲੋਕ ਤੇ ਪਰਲੋਕ ਦੋਵੇਂ ਹੀ ਸਵਰ ਜਾਣ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ